हालेलुया 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 हालेलुया। प्रभु का धन्यवाद करते हैं जिन्हें सामने इस सुंदर समा दिता है जो लगातार परमेश्वर के पवित्र वचन सुन रहे हैं। लगातार ਅਸੀਂ परमेश्वर की आराधना कर रहे हैं। लगातार ਅਸੀਂ परमेश्वर की बंदगी कर रहे हैं। ये परमेश्वर का धन्यवाद है। हालेलुया हालेलुया। वो ਸਾਨੂੰ ਸਮੇਂ ਦਿੰਦਾ ਏ, ਉਹ ਸਾਡੇ ਅੰਗ ਸੰਗ ਹੁੰਦਾ ਏ, ਉਹ ਹੀ ਸਾਨੂੰ ਹਿੰਮਤ ਦਿੰਦਾ ਏ। ਹਿੰਮਤ ਨਾ ਲਵੇ ਤਾਂ ਅਸੀਂ ਕਦੇ ਵੀ ਇਸ ਜਗ੍ਹਾ ਤੇ ਖੜੇ ਨਹੀਂ ਹੋ ਸਕਦੇ, ਇਹ ਜਗ੍ਹਾ ਤੇ ਬੈਠ ਨਹੀਂ ਸਕਦੇ। ਉਹ ਹਿੰਮਤ ਦਿੰਦਾ ਏ, ਉਹ ਹਰ ਰੋਜ਼ ਸਾਨੂੰ ਸੰਭਾਲਦਾ ਏ, ਸਾਨੂੰ ਤਾਜ਼ਾ ਕਰਦਾ ਏ, ਸਾਨੂੰ ਗਰਮ ਕਰਦਾ ਏ, ਠੰਡੇ ਨਹੀਂ ਹੋਣ ਦਿੰਦਾ। ਉਹ ਸਾਡੀ ਪ੍ਰੀਤ ਨੂੰ ਜਿਹੜਾ ਠੰਡਿਆ ਹੋਣ ਦਿੰਦਾ ਨਹੀਂ ਹੈ। ਹਰ ਦਿਨ ਹਰ ਰੋਜ਼ ਹਰ ਪਲ ਜੋ ਸਾਨੂੰ ਸੰਭਾਲਦਾ ਏ, ਸਾਡੇ ਉੱਤੇ ਕਿਰਪਾ ਕਰਦਾ ਏ, ਸਾਡੇ ਉੱਤੇ ਦਇਆ ਕਰਦਾ ਏ। ਇਹ ਪਰਮੇਸ਼ਰ ਦਾ ਫਜ਼ਲ ਹੈ ਕਿ ਜਿਹਨੇ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਸੰਭਾਲਿਆ ਏ ਤੇ ਸਮਾਂ ਦਿੱਤਾ ਹੈ ਕਿ ਅਸੀਂ ਪਰਮੇਸ਼ਰ ਦੇ ਕਦਮਾਂ ਦੇ ਵਿੱਚ ਬੈਠ ਕੇ, ਪਰਮੇਸ਼ਰ ਦੀ ਹਜ਼ੂਰੀ ਵਿੱਚ ਬੈਠ ਕੇ ਬਰਕਤਾਂ ਨੂੰ ਪਾਈਏ, ਆਸ਼ੀਸ਼ਾਂ ਨੂੰ ਪਾਈਏ ਤੇ ਪਰਮੇਸ਼ਰ ਦੀ ਪਵਿੱਤਰ ਵਚਨ ਨੂੰ ਸੁਣੀਏ ਅਤੇ ਉਹਦੇ ਉੱਪਰ ਚੱਲਣ ਵਾਲੇ ਬਣੀਏ। ਹਾਲੇਲੂਇਆ 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 ਹਾਲੇਲੂਇਆ। ਆਏ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚ ਜਾਂਦੇ ਆ। ਕੁਝ ਪਰਮੇਸ਼ਰ ਦੇ ਵਚਨ ਵਿੱਚੋਂ ਪੜ੍ਹਦੇ ਆ। ਕੁਝ 15 ਅਧਿਆਇ ਉਹਦੀ 26 ਆਇਤ ਨੂੰ ਪੜ੍ਹਦੇ ਆ। ਆਰਸ ਨੇ ਆਖਿਆ, ਜੇ ਤੁਸੀਂ ਰੀਝ ਨਾਲ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋਗੇ ਔਰ ਜਿਹੜਾ ਉਸ ਦੀਆਂ ਅੱਖਾਂ ਵਿੱਚ ਭਲਾ ਹੈ ਤੁਸੀਂ ਉਹ ਕਰੋਗੇ ਔਰ ਉਸ ਦੇ ਹੁਕਮਾਂ ਤੇ ਕੰਨ ਲਾਓਗੇ ਔਰ ਉਸ ਦੀਆਂ ਸਾਰੀਆਂ ਵਿਧੀਆਂ ਨੂੰ ਮੰਨੋਗੇ ਤਾਂ ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਹਨ ਤੁਹਾਡੇ ਉੱਤੇ ਨਹੀਂ ਪਾਵਾਂਗਾ, ਕਿਉਂ ਜੋ ਮੈਂ ਯਹੋਵਾ ਤੁਹਾਨੂੰ ਨਿਰੋਇਆ ਕਰਨ ਵਾਲਾ ਹਾਂ। ਹਾਲੇਲੂਇਆ 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 ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਹੈ ਕਿ ਤੁਸੀਂ ਕੀ ਕਰਨਾ, ਮੇਰੇ ਹੁਕਮ ਨੂੰ ਮੰਨਣਾ ਹੈ। ਜੇ ਤੁਸੀਂ ਮੇਰੇ ਹੁਕਮ ਨੂੰ ਰੀਝ ਨਾਲ ਮੰਨੋਗੇ, ਪਹਿਲੀ ਗੱਲ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਹੁਕਮ ਮੰਨਣਾ ਹੈ ਤੇ ਕਿਸ ਤਰੀਕੇ ਨਾਲ ਮੰਨਣਾ ਹੈ? ਰੀਝ ਨਾਲ। ਰੀਝ ਦੇ ਨਾਲ। ਅਸੀਂ ਕਿਸੇ ਵੇਲੇ ਹੁਕਮ ਨੂੰ ਮੰਨਦੇ ਆ ਪਰ ਰੀਝ ਦੇ ਨਾਲ ਨਹੀਂ ਮੰਨਦੇ। ਉੱਤੋਂ ਉੱਤੋਂ ਮੰਨਦੇ ਆ, ਦਿਲੋਂ ਅਸੀਂ ਮੰਨਦੇ ਨਹੀਂ ਆ। ਅਸੀਂ ਉੱਤੋਂ ਉੱਤੋਂ ਮੰਨ ਲੈਂਦੇ ਆ, ਕੋਈ ਗੱਲ ਨਹੀਂ ਆ, ਹੋ ਜਾਵੇਗਾ, ਕਰ ਲਵਾਂਗੇ, ਸਮਾਂ ਬੜਾ ਏ। ਤੇ ਮਤਲਬ ਜਿਹੜੇ ਇਹੋ ਜਿਹੇ ਮਨ ਦੇ ਵਿੱਚ ਸਾਡੇ ਵਿਚਾਰ ਨੇ, ਸਾਡੇ ਖਿਆਲ ਨੇ, ਉਹਦਾ ਮਤਲਬ ਸਾਡਾ ਦਿਲ ਨਹੀਂ ਚਾਹੁੰਦਾ। ਅਸੀਂ ਦਿਲੋਂ ਹੁਕਮ ਨੂੰ ਨਹੀਂ ਮੰਨਦੇ, ਦਿਲੋਂ ਪਰਮੇਸ਼ਰ ਦੇ ਬੱਚੇ ਨੂੰ ਨਹੀਂ ਮੰਨਦੇ, ਅਸੀਂ ਉੱਪਰੋਂ ਹੀ ਪਰਮੇਸ਼ਰ ਦੇ ਬੱਚੇ ਨੂੰ ਮੰਨਦੇ। ਪਹਿਲੀ ਗੱਲ ਪਰਮੇਸ਼ਰ ਦਾ ਵਚਨ ਕਹਿੰਦਾ ਏ ਜੇਕਰ ਤੁਸੀਂ ਮੇਰੀ ਆਵਾਜ਼ ਨੂੰ, ਮੇਰੇ ਵਚਨ ਨੂੰ ਤੁਸੀਂ ਰੀਝ ਨਾਲ ਮੰਨ ਲਵੋਗੇ। ਪਹਿਲੀ ਗੱਲ ਅਸੀਂ ਪਰਮੇਸ਼ਰ ਦਾ ਵਚਨ ਰੀਝ ਨਾਲ ਮੰਨਣਾ ਹੈ। ਜੇ ਅਸੀਂ ਵਚਨ ਨੂੰ ਰੀਝ ਨਾਲ ਮੰਨਦੇ ਆ ਫਿਰ ਪਰਮੇਸ਼ਰ ਦਾ ਵਚਨ ਕਹਿੰਦਾ ਏ ਤੁਹਾਡੇ ਵਿੱਚ ਕੋਈ ਬਿਮਾਰੀ ਨਹੀਂ ਹੋਵੇਗੀ। ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਦੇ ਉੱਪਰ ਲਾਈਆਂ ਸੀ ਉਹ ਤੁਹਾਡੇ ਉੱਪਰ ਨਹੀਂ ਹੋਈਆਂ। ਮਿਸਰੀ ਜਿਹੜੀ ਦੂਜੇ ਲੋਕ ਜਿਹੜੇ ਪਰਮੇਸ਼ਰ ਨੂੰ ਨਹੀਂ ਸੀ ਜਾਣਦੇ, ਜਿਹੜੇ ਖੁਦਾ ਨੂੰ ਨਹੀਂ ਸੀ ਜਾਣਦੇ, ਜਿਹੜੇ ਪਰਮੇਸ਼ਰ ਦੇ ਹੁਕਮ ਦੀ ਉਲੰਘਣਾ ਕਰਦੇ ਸੀ, ਉਹਨਾਂ ਦੇ ਉੱਤੇ ਜਿਹੜੀਆਂ ਬਿਮਾਰੀਆਂ ਜਿਹੜੀਆਂ ਉਹਨਾਂ ਦੇ ਉੱਤੇ ਬਾਬਾ ਆਈਆਂ ਸੀ, ਪਰਮੇਸ਼ਰ ਦਾ ਵਚਨ ਕਹਿੰਦਾ ਉਹ ਤੁਹਾਡੇ ਉੱਤੇ ਆਉਣਗੀਆਂ ਨਹੀਂ ਆ। ਕਦੋਂ ਨਹੀਂ ਆਉਣਗੀਆਂ? ਜਦੋਂ ਤੁਸੀਂ ਉਹਦੇ ਆਵਾਜ਼ ਨੂੰ ਰੀਝ ਦੇ ਨਾਲ ਸੁਣੋਗੇ। ਜਿਨ੍ਹਾਂ ਨੇ ਉਹਦੀ ਆਵਾਜ਼ ਨੂੰ ਰੀਝ ਨਾਲ ਨਹੀਂ ਸੁਣਿਆ ਸੀ, ਪੜਾਂਗੇ ਵਚਨ ਦੇ ਵਿੱਚੋਂ ਯੂਨਾਨ ਨਬੀ ਦੀ ਕਿਤਾਬ, ਪਰਮੇਸ਼ਰ ਦੇ ਵਚਨ ਦੇ ਵਿੱਚੋਂ ਵੇਖਾਂਗੇ ਯੂਨਾਨ ਨਬੀ ਦੀ ਕਿਤਾਬ ਉਹਦੀ ਇੱਕ ਪਹਿਲਾ ਅਧਿਆਇ ਉਹਦੀ 4 ਆਇਤ ਨੂੰ ਪੜਾਂਗੇ। ਪਰ ਯਹੋਵਾ ਨੇ ਸਮੁੰਦਰ ਉੱਤੇ ਇੱਕ ਵੱਡੀ ਹਨੇਰੀ ਵਗਾ ਦਿੱਤੀ ਅਤੇ ਸਮੁੰਦਰ ਵਿੱਚ ਵੱਡਾ ਤੂਫਾਨ ਸੀ, ਇਹੋ ਜਿਹਾ ਕਿ ਜਹਾਜ਼ ਟੁੱਟਣ ਵਾਲਾ ਸੀ। ਤਦ ਮਲਾਹ ਡਰ ਗਏ ਅਤੇ ਹਰੇਕ ਆਪੋ ਆਪਣੇ ਦੇਵ ਦੇ ਅੱਗੇ ਦੁਹਾਈ ਦੇਣ ਲੱਗਾ। ਉਹਨਾਂ ਨੇ ਉਸ ਮਾਲਮਤਾ ਨੂੰ ਜੋ ਜਹਾਜ਼ ਵਿੱਚ ਸੀ ਸਮੁੰਦਰ ਵਿੱਚ ਸੁੱਟ ਦਿੱਤਾ ਤਾਂ ਜੋ ਉਸ ਨੂੰ ਹੌਲਾ ਕਰ ਦੇਣ। ਪਰ ਬਿਨਾਂ ਜਹਾਜ਼ ਦੇ ਹੇਠਲੇ ਥਾਂ ਲੈ ਕੇ ਸੁੱਤਾ ਪਿਆ ਸੀ ਤਾਂ ਕਪਤਾਨ ਉਹਦੇ ਕੋਲ ਆਇਆ ਅਤੇ ਉਸ ਨੂੰ ਆਖਿਆ, हे ਸੁਣਨ ਵਾਲੇ, ਤੈਨੂੰ ਕੀ ਹੋਇਆ? ਉੱਠ, ਆਪਣੇ ਦੇਵ ਨੂੰ ਪੁਕਾਰ, ਸ਼ਾਇਦ ਉਹ ਦੇਵ ਸਾਨੂੰ ਚੇਤੇ ਕਰੇ ਤਾਂ ਅਸੀਂ ਨਾਸ ਨਾ ਹੋਈਏ। ਪਹਿਲੀ ਗੱਲ ਇਹ 4 ਆਇਤ ਵਿੱਚ ਲਿਖਿਆ ਇਤਨਾ ਪੜ੍ਹੀਏ। ਪਰ ਯਹੋਵਾ ਨੇ ਸਮੁੰਦਰ ਉੱਤੇ ਇੱਕ ਵੱਡੀ ਹਨੇਰੀ ਵਗਾ ਦਿੱਤੀ ਅਤੇ ਸਮੁੰਦਰ ਵਿੱਚ ਵੱਡਾ ਤੂਫਾਨ ਸੀ। ਸਮੁੰਦਰ ਦੇ ਵਿੱਚ ਕੀ ਹੋ ਗਿਆ? ਵੱਡਾ ਤੂਫਾਨ। ਤੂਫਾਨ ਕਿਉਂ ਆਇਆ? ਤੂਫਾਨ ਜਿਹੜਾ ਏ ਸਮੁੰਦਰ ਦੇ ਵਿੱਚ, ਉਸ ਜਹਾਜ਼ ਦੇ ਵਿੱਚ ਤੂਫਾਨ ਕਿਉਂ ਆਇਆ? ਕਿਉਂਕਿ
ਉਹਨੇ ਯੂਨਾਨ ਨੇ ਕੀ ਕੀਤਾ? ਪਰਮੇਸ਼ਵਰ ਦੀ ਆਵਾਜ਼ ਨੂੰ ਰੀਝ ਦੇ ਨਾਲ ਸੁਣਿਆ ਨਹੀਂ ਸੀ। ਪਰਮੇਸ਼ਵਰ ਦੀ ਆਵਾਜ਼ ਨੂੰ ਉਹਨੇ ਰੀਝ ਦੇ ਨਾਲ ਨਹੀਂ ਸੀ ਮੰਨਿਆ। ਪਰਮੇਸ਼ਵਰ ਨੇ ਉਹਨੂੰ ਹੁਕਮ ਦਿੱਤਾ ਸੀ। ਪਰਮੇਸ਼ਵਰ ਨੇ ਇੱਕ ਉਹਨੂੰ ਕੰਮ ਕਰਨ ਵਾਸਤੇ ਕਿਹਾ ਸੀਗਾ ਕਿ ਤੂੰ ਕੀ ਕਰ, ਉੱਠ ਕੇ ਚਲਾ ਜਾ ਕਿੱਧਰ ਨੂੰ? ਨਿਨਵਾ ਨੂੰ। ਤੂੰ ਕਿਹੜੇ ਇਲਾਕੇ ਨੂੰ ਜਾਣਾ ਹੈ? ਨਿਨਵਾ ਰਾਹ ਦੇ ਤੂੰ ਜਾਣਾ ਹੈ। ਉਸ ਸ਼ਹਿਰ ਦੇ ਵਿੱਚ ਜਾ ਕੇ ਤੂੰ ਪ੍ਰਚਾਰ ਕਰਨਾ ਹੈ। ਉੱਥੇ ਜਾ ਕੇ ਕੀ ਪ੍ਰਚਾਰ ਕਰਨਾ ਹੈ ਕਿ ਕਿਉਂਕਿ ਉੱਥੋਂ ਦੇ ਲੋਕ ਜਿਹੜੇ ਨੇ ਉਹ ਬਹੁਤ ਹੀ ਸ਼ਰਾਬੀ ਬਣ ਗਏ ਨੇ, ਉੱਥੇ ਪਾਪ ਬਹੁਤ ਵੱਧ ਗਿਆ ਨੇ ਤੇ ਉਹ ਦੇਸ਼ ਜਿਹੜਾ ਹੈ, ਉਹ ਜਿਹੜਾ ਸ਼ਹਿਰ ਹੈ, ਉਹ ਥੋੜੇ ਦਿਨਾਂ ਬਾਅਦ ਜਿਹੜਾ ਵਾ ਤਬਾਹ ਹੋ ਜਾਵੇਗਾ, ਉਹ ਨਾਸ਼ ਹੋ ਜਾਵੇਗਾ। ਤੇ ਤੂੰ ਇਸ ਤਰ੍ਹਾਂ ਕਰ, ਇੱਥੋਂ ਆਪਣਾ ਜਗ੍ਹਾ ਛੱਡ ਦੇ ਤੇ ਤੂੰ ਕੀ ਕਰ? ਨਿਨਵਾ ਨੂੰ ਚਲਾ ਜਾ। ਉਹਨੇ ਕੀ ਕੀਤਾ? ਪਰਮੇਸ਼ਵਰ ਦੀ ਆਵਾਜ਼ ਨੂੰ ਮੰਨਿਆ ਨਹੀਂ। ਉਹਨੇ ਪਰਮੇਸ਼ਵਰ ਦੇ ਹੁਕਮ ਨੂੰ ਮੰਨਿਆ ਨਹੀਂ। ਉਹਨੇ ਪਰਮੇਸ਼ਵਰ ਦੀ ਆਵਾਜ਼ ਦੀ ਅਣਆਗਿਆਕਾਰੀ ਕਰ ਦਿੱਤੀ। ਰੀਝ ਦੇ ਨਾਲ ਨਹੀਂ ਸੁਣਿਆ। ਪਰਮੇਸ਼ਵਰ ਨੇ ਕਹਿਤਾ, ਉਹ ਕਹਿ ਕੇ ਪਰਮੇਸ਼ਵਰ ਚਲਾ ਗਿਆ ਤੇ ਉਹਨੇ ਆਪਣੀ ਮਰਜ਼ੀ ਕੀਤੀ। ਕੋਈ ਗੱਲ ਨਹੀਂ, ਹੁਣ ਕਿਹੜਾ ਸਾਨੂੰ ਵੇਂਦਾ ਹੈ? ਗੱਲ ਇਹ ਕਹਿੰਦੇ ਪਾਠ ਨੇ ਸਾਨੂੰ ਕਹਿ ਦਿੱਤਾ, ਉਹ ਸਾਨੂੰ ਕਿਹੜਾ ਵੇਖਣਾ ਆਉਂਦਾ ਹੈ? ਉਹਨੇ ਤਾਂ ਕਿਹਾ ਸੀ। ਉਹਦੇ ਕੋਲ ਪਰਮੇਸ਼ਵਰ ਦੀ ਬਾਣੀ ਆ ਗਈ ਕਿ ਤੂੰ ਕੀ ਕਰ? ਨਿਨਵਾ ਦੇ ਵਿੱਚ ਜਾ ਕੇ ਕੀ ਕਰੀ? ਪ੍ਰਚਾਰ ਕਰ। ਉੱਥੇ ਜਾਣਾ ਹੈ। ਇਹ ਕਿੱਧਰ ਨੂੰ ਤੁਰ ਪਿਆ? ਇਹ ਤਰਸੀਸ ਦੂਸਰੇ ਇਲਾਕੇ, ਇੱਧਰ ਦੀ ਜਾਣ ਦੀ ਬਜਾਏ ਇੱਧਰ ਨੂੰ ਤੁਰ ਪਿਆ। ਜਿਹੜਾ ਰਾਹ ਪਰਮੇਸ਼ਵਰ ਨੇ ਆਖਿਆ ਸੀ, ਜਿਹੜੀ ਆਵਾਜ਼ ਪਰਮੇਸ਼ਵਰ ਨੇ ਦਿੱਤੀ ਸੀ, ਜਿਹੜਾ ਵਚਨ ਉਹਨੂੰ ਕਿਹਾ ਸੀਗਾ, ਉਸ ਵਚਨ ਨੂੰ ਉਹ ਕੀ ਗਿਆ? ਭੁੱਲ ਗਿਆ। ਉਹਨੇ ਉੱਤੋਂ ਦੀ ਆਵਾਜ਼ ਨੂੰ ਸੁਣਿਆ। ਕਹਿੰਦਾ ਕੋਈ ਗੱਲ ਨਹੀਂ, ਉੱਥੇ ਜਾ ਕੇ ਕੀ ਕਰਨਾ ਹੈ? ਜਾਣਾ ਹੀ ਆ। ਆਹ ਰਾਹ ਸੌਖਾ ਹੈ। ਅਸੀਂ ਕਿਸੇ ਵੇਲੇ ਵੇਖ ਲੈਂਦੇ ਹਾਂ ਕਿ ਇਹ ਰਾਹ ਜਿਹੜਾ ਹੈ ਸੌਖਾ ਹੈ। ਇਹ ਰਾਹ ਜਿਹੜਾ ਸੌਖਾ ਹੈ, ਇੱਧਰ ਨੂੰ ਜਾਂਦੇ ਆ। ਇੱਧਰ ਜਾਵਾਂਗੇ ਤੇ ਠੀਕ ਰਵਾਂਗੇ, ਜੇ ਇੱਧਰ ਨਹੀਂ ਜਾਵਾਂਗੇ ਤੇ ਕੋਈ ਫਰਕ ਨਹੀਂ। ਇਹਨੇ ਕੀ ਕੀਤਾ? ਇਹਨੇ ਰਾਹ ਬਦਲ ਲਿਆ। ਪਰਮੇਸ਼ਵਰ ਇਹਨੂੰ ਕੁਝ ਹੋਰ ਕਹਿ ਰਿਹਾ ਹੈ, ਇਹ ਕੁਝ ਹੋਰ ਕਰ ਰਿਹਾ ਹੈ, ਕਿਉਂਕਿ ਇਹਨੇ ਪਰਮੇਸ਼ਵਰ ਦੀ ਆਵਾਜ਼ ਨੂੰ ਰੀਝ ਨਾਲ ਸੁਣਿਆ ਨਹੀਂ। ਇਹਨੇ ਪਰਮੇਸ਼ਵਰ ਦੀ ਆਵਾਜ਼ ਨੂੰ ਦਿਲੋਂ ਸੁਣਿਆ ਨਹੀਂ ਹੈ। ਉੱਪਰੋਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣ ਲਿਆ। ਜਦੋਂ ਉੱਪਰੋਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਿਆ ਹੈ, ਪਰਮੇਸ਼ਵਰ ਦੇ ਵਚਨ ਨੂੰ ਨਹੀਂ ਮੰਨਿਆ ਹੈ, ਉਹਦੇ ਜੀਵਨ ਦੇ ਵਿੱਚ ਕੀ ਆ ਗਿਆ ਹੈ? ਤੂਫਾਨ ਆ ਗਿਆ ਹੈ। ਤੂਫਾਨ ਉਦੋਂ ਹੀ ਆਉਂਦਾ ਹੈ ਜਦੋਂ ਅਸੀਂ ਅਣਆਗਿਆਕਾਰੀ ਕਰਦੇ ਹਾਂ। ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਨਹੀਂ ਮੰਨਦੇ, ਉਦੋਂ ਸਾਡੇ ਜੀਵਨ ਦੇ ਵਿੱਚ ਤੂਫਾਨ ਆ ਜਾਂਦਾ ਹੈ। ਉਦੋਂ ਸਾਡੇ ਘਰ ਦੇ ਵਿੱਚ ਤੂਫਾਨ ਆ ਜਾਂਦਾ ਹੈ। ਉਦੋਂ ਸਾਡੇ ਘਰ ਦੇ ਵਿੱਚ ਮੁਸ਼ਕਲਾਂ ਆ ਜਾਂਦੀਆਂ ਨੇ। ਤੂਫਾਨ ਆ ਗਿਆ। ਜਿਸ ਜਹਾਜ਼ ਵਿੱਚ ਚੜਿਆ ਸੀ, ਉਹ ਜਹਾਜ਼ ਵਾਲੇ ਵੀ ਵਿਚਾਰੇ ਤੂਫਾਨ ਦੇ ਵਿੱਚ ਫਸੇ। ਗਲਤੀ ਇੱਕ ਦੀ ਸਜ਼ਾ ਸਭ ਨੂੰ ਮਿਲਦੀ। ਅੱਜ ਵੀ ਇਸ ਤਰ੍ਹਾਂ ਹੀ ਹੈ। ਘਰ ਦੇ ਵਿੱਚ ਗਲਤੀ ਇੱਕ ਇਨਸਾਨ ਹੀ ਕਰਦਾ ਹੈ ਤੇ ਸਜ਼ਾ ਜਿਹੜੀ ਹੈ ਉਹ ਸਭ ਨੂੰ ਮਿਲੇ ਜਾਂਦੀ ਹੈ। ਲੜਾਈ, ਕਲੇਸ਼, ਮੁਸ਼ਕਲ ਜਦੋਂ ਆਉਂਦੀ ਹੈ, ਉਹ ਸਭ ਨੂੰ ਪਰੇਸ਼ਾਨ ਕਰਦੀ ਹੈ। ਤੂਫਾਨ ਉਦੋਂ ਹੀ ਆਉਂਦਾ ਹੈ ਜਦੋਂ ਅਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਰੀਝ ਨਾਲ ਨਹੀਂ ਮੰਨਦੇ। ਜਦੋਂ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਉੱਪਰੋਂ ਲੈਂਦੇ ਆ, ਦਿਲ ਤੱਕ ਨਹੀਂ ਜਾਣ ਦਿੰਦੇ, ਬੁੱਲਾਂ ਤੱਕ ਹੀ ਸੀਮਤ ਰੱਖਦੇ ਆ, ਅੰਦਰ ਨਹੀਂ ਜਾਣ ਦਿੰਦੇ ਉਹਦੀ ਆਵਾਜ਼ ਨੂੰ। ਅੰਦਰੋਂ ਨਹੀਂ ਆਵਾਜ਼ ਆਉਂਦੀ। ਉੱਪਰੋਂ ਸੁਣਿਆ, ਇੱਕ ਕੰਨ ਨਾਲ ਸੁਣਿਆ ਤੇ ਦੂਜੇ ਕੰਨ ਨਾਲ ਹੀ ਕੱਢਦਾ, ਬਾਹਰ ਕੱਢ ਦਿੱਤਾ। ਯੂਨਾਨ ਨੇ ਵੀ ਇਸੇ ਤਰ੍ਹਾਂ ਕੀਤਾ ਸੀ। ਇਹਨੇ ਵੀ ਇਸੇ ਤਰੀਕੇ ਨਾਲ ਕੀਤਾ। ਇਹਨੇ ਪਰਮੇਸ਼ਰ ਦੇ ਆਵਾਜ਼ ਨੂੰ ਸੁਣਿਆ ਜ਼ਰੂਰ, ਪਰ ਸੁਣ ਕੇ ਇੱਕ ਕੰਨ ਤਾਂ ਸੁਣਿਆ ਤੇ ਦੂਜੇ ਕੰਨ ਤਾਂ ਬਾਹਰ ਕੱਢ ਦਿੱਤਾ। ਕੋਈ ਗੱਲ ਨਹੀਂ, ਇੱਧਰ ਜਾਂਦੇ ਆ, ਆਪਣੀ ਮਰਜ਼ੀ ਕੀਤੀ। ਜਦੋਂ ਅਸੀਂ ਆਪਣੀ ਮਰਜ਼ੀ ਕਰਦੇ ਤਾਂ ਮੁਸ਼ਕਲਾਂ ਆਉਂਦੀਆਂ ਨੇ। ਇਸੇ ਕਰਕੇ ਵਚਨ ਵਿੱਚ ਲਿਖਿਆ ਹੈ, ਚਾਰੇ ਵਿੱਚ ਲਿਖਿਆ ਹੈ, ਹਾਂਜੀ, ਯਹੋਵਾ ਨੇ ਸਮੁੰਦਰ ਉੱਤੇ ਇੱਕ ਵੱਡੀ ਹਨੇਰੀ ਵਗਾ ਦਿੱਤੀ। ਯਹੋਵਾ ਪਰਮੇਸ਼ਵਰ ਨੇ ਫਿਰ ਕੀ ਕੀਤਾ? ਸਮੁੰਦਰ ਦੇ ਵਿੱਚ ਇੱਕ ਵੱਡੀ ਹਨੇਰੀ ਨੂੰ ਵਗਾ ਦਿੱਤਾ ਅਤੇ ਸਮੁੰਦਰ ਵਿੱਚ ਵੱਡਾ ਤੂਫਾਨ ਸੀ। ਸਮੁੰਦਰ ਦੇ ਵਿੱਚ ਵੱਡਾ ਤੂਫਾਨ ਸੀਗਾ। ਇਹੋ ਜਿਹਾ ਕਿ ਜਹਾਜ਼ ਟੁੱਟਣ ਵਾਲਾ ਸੀ। ਇੰਨਾ ਜ਼ਿਆਦਾ ਤੂਫਾਨ ਆ ਗਿਆ ਕਿ ਜਹਾਜ਼ ਟੁੱਟਣ ਵਾਲਾ ਹੋ ਗਿਆ। ਫਿਰ ਤੂਫਾਨ ਇੰਨਾ ਆਉਂਦਾ ਹੈ ਕਿ ਸਾਡੀ ਜ਼ਿੰਦਗੀ ਜਿਹੜੀ ਮੌਤ ਤੱਕ ਪਹੁੰਚ ਜਾਂਦੀ ਹੈ। ਫਿਰ ਤੂਫਾਨ ਇੰਨਾ ਵੱਡਾ ਹੋ ਜਾਂਦਾ ਹੈ ਕਿ ਅਸੀਂ ਮੌਤ ਤੱਕ ਪਹੁੰਚਣ ਵਾਲੇ ਬਣੇ ਜਾਂਦੇ ਹਾਂ, ਅੱਕ ਜਾਂਦੇ ਹਾਂ। ਫਿਰ ਪਰ ਅਸੀਂ ਇਹ ਨਹੀਂ ਸੋਚਦੇ ਕਿ ਸਾਡੀ ਗਲਤੀ ਹੈ, ਸਾਡੀ ਗਲਤੀ ਕਾਰਨ ਆਇਆ ਹੈ।
ਸਾਡੀ ਗਲਤੀ ਹੈ ਜੇ ਅਸੀਂ ਇਸ ਤਰ੍ਹਾਂ ਨਾ ਕਰਦੇ, ਜੇ ਅਸੀਂ ਪਰਮੇਸ਼ਵਰ ਦੇ ਵਚਨ ਨੂੰ ਕਿਤੇ ਰੀਝ ਨਾਲ ਮੰਨ ਲੈਂਦੇ, ਜੇ ਉਹਦੇ ਵਚਨ ਨੂੰ ਅਸੀਂ ਰੀਝ ਨਾਲ ਸੁਣ ਲੈਂਦੇ, ਜੇ ਅਸੀਂ ਉਹਦੇ ਵਚਨ ਨੂੰ ਪੂਰਾ ਕਰ ਲੈਂਦੇ ਤੇ ਸਾਡੇ ਜੀਵਨ ਦੇ ਵਿੱਚ ਇਹ ਤੂਫਾਨ ਨਹੀਂ ਸੀ ਆਣਾ। ਯੂਨਾਨ ਦੇ ਜੀਵਨ ਵਿੱਚ ਇਹ ਤੂਫਾਨ ਨਹੀਂ ਸੀ ਆਣਾ। ਉਹਦੇ ਕਾਰਨ ਹੋਰ ਲੋਕ ਜਿਹੜੇ ਫਸ ਗਏ ਨੇ, ਉਸ ਮੁਸੀਬਤ ਵਿੱਚ ਫਸ ਗਏ ਨੇ, ਤੰਗੀ ਦੇ ਵਿੱਚ ਫਸ ਗਏ ਨੇ, ਉਸ ਮੁਸ਼ਕਲ ਦੇ ਵਿੱਚ ਫਸ ਗਏ ਨੇ। ਲੇਕਿਨ ਅੱਜ ਵੀ ਪਰਮੇਸ਼ਰ ਦਾ ਵਚਨ ਸਾਨੂੰ ਕਹਿੰਦਾ ਹੈ, ਤੁਸੀਂ ਮੇਰੀ ਆਵਾਜ਼ ਨੂੰ ਕੀ ਕਰੋ, ਰੀਝ ਨਾਲ ਮੰਨੇ, ਦਿਲੋਂ ਮੇਰੀ ਆਵਾਜ਼ ਨੂੰ ਸੁਣ ਲਓ, ਦਿਲੋਂ ਮੇਰੇ ਵਚਨ ਨੂੰ ਮੰਨ ਲਓ, ਦਿਲੋਂ ਮੇਰੇ ਵਚਨ ਨੂੰ ਕਬੂਲ ਕਰ ਲਓ। ਜੇ ਤਾਂ ਨਹੀਂ ਕਬੂਲ ਕਰੋਗੇ ਤੇ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਵੀ ਤੂਫਾਨ ਆ ਜਾਵੇਗਾ। ਫਿਰ ਜਦੋਂ ਤੂਫਾਨ ਆਵੇਗਾ ਫਿਰ ਛੇਤੀ ਥੰਮਦਾ ਨਹੀਂ ਹੈ, ਫਿਰ ਛੇਤੀ ਰੁਕਦਾ ਨਹੀਂ ਹੈ, ਫਿਰ ਇੰਨੀ ਜਲਦੀ ਨਹੀਂ ਰੁਕਦਾ, ਇੰਨੀ ਜਲਦੀ ਨਹੀਂ ਰੁਕਦਾ। ਮੂਸਾ ਪਰਮੇਸ਼ਰ ਦੇ ਸਾਹਮਣੇ ਪ੍ਰਾਰਥਨਾ ਕਰਦਾ ਸੀ, ਉਹਨਾਂ ਦੇ ਘਰ ਦੇ ਵਿੱਚ ਤੂਫਾਨ ਆ ਗਿਆ, ਉਹਨਾਂ ਦੇ ਘਰ ਦੇ ਵਿੱਚ ਮੁਸ਼ਕਲਾਂ ਆ ਗਈਆਂ। ਉਹਦਾ ਭੈਣ ਤੇ ਉਹਦੇ ਭਰਾ ਉਹਦੇ ਕੌਣ ਹੋ ਗਏ, ਵਿਰੋਧੀ ਬਣ ਗਏ। ਇਹਦੇ ਕੀ ਪਰਮੇਸ਼ਰ ਤੇਰੇ ਨਾਲ ਹੀ ਗੱਲਾਂ ਕਰਦਾ ਹੈ, ਸਾਡੇ ਨਾਲ ਨਹੀਂ ਕਰਦਾ। ਉਹ ਪਰਮੇਸ਼ਰ ਦੇ ਦਾਸ ਨੂੰ ਬੁਰਾ ਗਿਣਨਾ ਸ਼ੁਰੂ ਕਰ ਦਿੱਤਾ ਉਹਨੇ। ਤੇ ਕੀ ਆ ਗਿਆ, ਉਹਦੀ ਭੈਣ ਜਿਹੜੀ ਸੀ ਕੀ ਹੋ ਗਈ, ਕੋੜ ਬਣ ਗਈ। ਉਹਦੇ ਜੀਵਨ ਦੇ ਵਿੱਚ ਕੋੜ ਆ ਗਿਆ, ਉਹਨੂੰ ਸਜ਼ਾ ਮਿਲ ਗਈ। ਉਹਨੇ ਪਰਮੇਸ਼ਰ ਦੇ ਵਚਨ ਨੂੰ ਪੂਰੀ ਤਰ੍ਹਾਂ ਮੰਨਿਆ ਨਹੀਂ ਹੈ। ਫਿਰ ਪਰਮੇਸ਼ਰ ਦਾ ਦਾਸ ਮੂਸਾ ਪ੍ਰਾਰਥਨਾ ਕਰ ਰਿਹਾ ਹੈ, ਕਹਿੰਦਾ ਪ੍ਰਭੂ ਇਹਨਾਂ ਨੂੰ क्षमा ਕਰ ਦੇ, ਇਹਨਾਂ ਨੂੰ ਮਾਫ ਕਰ ਦੇ, ਮੇਰਾ ਕਰਕੇ ਮਾਫ ਕਰ ਦੇ ਪ੍ਰਭੂ, ਤੂੰ ਮਾਫ ਕਰ ਦੇ। ਪ੍ਰਭੂ ਨੇ ਕਹਾ ਠੀਕ, ਮੈਂ ਤੇਰੀ ਪ੍ਰਾਰਥਨਾ ਸੁਣਾਂਗਾ, ਪਰ ਫਿਰ ਵੀ ਇੰਨੀ ਜਲਦੀ ਮੈਂ ਇਹਨੂੰ ਮਾਫ ਕਰਾਂਗਾ ਨਹੀਂ। ਇਹ ਅਜੇ ਇਹਨੂੰ ਸਜ਼ਾ ਭੁਗਤਣੀ ਕੁਝ ਦਿਨ ਪਵੇਗੀ, ਇਹਨੂੰ ਪਤਾ ਲੱਗੇਗਾ ਕੁਝ ਦਿਨ ਸਜ਼ਾ ਜਿਹੜੀ ਆ ਉਹ ਭੁਗਤਣੀ ਪਵੇਗੀ। ਮੈਂ ਜ਼ਰੂਰ ਇਹਨੂੰ ਮਾਫ ਕਰੇ ਦਵਾਂਗਾ, ਮੈਂ ਇੱਕ ਦਿਨ ਕੋਲ ਇਹਨੂੰ ਚੰਗਾ ਕਰ ਦਵਾਂਗਾ, ਪਰ ਇਹਨੂੰ 7 ਦਿਨ ਕਰ ਦਵਾ ਲੈਣ ਲੱਗ ਰਹੇਗੀ, ਤਾਂ ਕਿ ਇਹਨੂੰ ਪਤਾ ਲੱਗੇ ਕਿ ਅੱਜ ਵੀ ਅਸੀਂ ਮੁੜ ਕੇ ਫਟਾਫਟ ਕਹਿੰਦੇ ਹੋਣੇ ਪ੍ਰਾਰਥਨਾ ਕਰਦੇ, ਮੈਂ ਜਲਦੀ ਜਲਦੀ ਚੰਗਾ ਹੋ ਜਾਵਾਂ, ਮੈਂ ਜਲਦੀ ਜਲਦੀ ਠੀਕ ਹੋ ਜਾਵਾਂ, ਮੈਂ ਕਿਉਂ ਨਹੀਂ ਚੰਗਾ ਹੋ ਰਿਹਾ। ਪਰ ਜਿਹੜਾ ਅਸੀਂ ਗਲਤੀ ਕੀਤੀ ਹੈ, ਸਜ਼ਾ ਤਾਂ ਸਾਨੂੰ ਥੋੜੀ ਮਿਲਦੀ ਹੈ। ਤੂਫਾਨ ਆਉਂਦਾ ਹੀ ਹੈ, ਮੁਸ਼ਕਲ ਆਉਂਦੀ ਹੈ, ਪਰੇਸ਼ਾਨੀ ਫਿਰ ਜੀਵਨ ਵਿੱਚ ਆਉਂਦੀ ਹੈ। ਮਲਾਹ ਜਿਹੜੇ ਸੀਗੇ ਆਪਣੇ ਚੱਪੂ ਲਗਾ ਰਹੇ ਸੀਗੇ, ਆਪਣਾ ਸਾਰਾ ਕੰਮ ਕਰ ਰਹੇ ਸੀਗੇ, ਲੇਕਿਨ ਫਿਰ ਵੀ ਤੂਫਾਨ ਥੰਮਦਾ ਨਹੀਂ ਸੀ। ਫਿਰ ਵੀ ਜਹਾਜ਼ ਦੇ ਵਿੱਚ ਤੂਫਾਨ ਸੀਗਾ, ਫਿਰ ਵੀ ਸਮੁੰਦਰ ਦੇ ਵਿੱਚ ਤੂਫਾਨ ਸੀਗਾ। ਉਹਨਾਂ ਆਪਣੀ ਪੂਰੀ ਆਵਾਜ਼ ਲਾਈ, ਉਹਨਾਂ ਆਪਣਾ ਸਾਰਾ ਜਹਾਜ਼ ਤੇ ਜੋ ਲੱਦਿਆ ਸੀਗਾ, ਸਭ ਕਾਰਨ ਜੋ ਉਹਨਾਂ ਚੀਜ਼ਾਂ ਲੱਦੀਆਂ ਸੀ ਸਭ ਕੁਝ ਛੁੱਟ ਦਿੱਤੀਆਂ ਬਾਹਰ। ਇਸ ਜਹਾਜ਼ ਨਾ ਡੁੱਬੇ, ਪਰ ਫਿਰ ਵੀ ਜਹਾਜ਼ ਡੁੱਬ ਰਿਹਾ ਸੀ। ਫਿਰ ਅਸੀਂ ਕੋਸ਼ਿਸ਼ ਕਰਦੇ ਹਾਂ, ਬੜੀ ਆਪਣੀ ਕੋਸ਼ਿਸ਼ ਕਰਦੇ ਹਾਂ ਕਿ ਸਾਈਡ ਇਹ ਜਹਾਜ਼ ਜਿਹੜਾ ਵਾ, ਸਾਈਡ ਇਹ ਜਿਹੜਾ ਤੂਫਾਨ ਆ ਉਹ ਥੰਮ ਜਾਵੇ। ਅਸੀਂ ਕੋਸ਼ਿਸ਼ ਕਰਦੇ ਹਾਂ, ਪਰ ਸਾਡੀ ਕੋਸ਼ਿਸ਼ ਉਸ ਵਕਤ ਸਭ ਨਾਕਾਮ ਹੋ ਜਾਂਦੀਆਂ ਨੇ। ਆਪੋ ਆਪਣੇ ਦੇਵੀ ਦੇਵਤੇ ਨੂੰ ਪੁਕਾਰ ਰਹੇ ਨੇ, ਸਭ ਦੇ ਅੱਗੇ ਪ੍ਰਾਰਥਨਾ ਕਰ ਰਹੇ ਸੀ, ਪਰ ਕੋਈ ਨਹੀਂ ਸੁਣੀ ਜਾ ਰਹੀ। ਪਰ ਇਹ ਅੰਦਰ ਜਾ ਕੇ ਕੀ ਸੀ, ਸੁੱਤਾ ਹੋਇਆ, ਧਿਆਨ ਰੱਖ ਕੇ ਇੱਕ ਸਾਈਡ ਤੇ ਜਾ ਕੇ ਸੌਂ ਗਿਆ। ਇਹਦੇ ਕੋਲ ਗਏ, ਕਹਿੰਦੇ ਤੈਨੂੰ ਨਹੀਂ ਪਤਾ ਕਿੰਨੀ ਮੁਸ਼ਕਲ ਹੈ। ਇਹਨੂੰ ਪਤਾ ਸੀ ਮੁਸ਼ਕਲ ਤਾਂ ਮੇਰੇ ਕਾਰਨ ਹੀ ਆਈ ਹੈ। ਕਹਿੰਦਾ ਸੀ ਪੁਕਾਰ ਤੂੰ ਹੀ ਆਪਣੇ ਦੇਵ ਨੂੰ ਪੁਕਾਰ, ਕੀ ਜਾਣੀਏ ਤੇਰਾ ਪਰਮੇਸ਼ਰ ਤੇਰੀ ਸੁਣ ਲਵੇ। ਕਹਿੰਦਾ ਮੇਰਾ ਪਰਮੇਸ਼ਰ ਮੇਰੀ ਸੁਣੇਗਾ, ਪਰ ਕੀ ਕਰੋ, ਮੈਂ ਗੁਨਾਹ ਕੀਤਾ ਹੈ ਤੇ ਤੁਸੀਂ ਮੈਨੂੰ ਥੱਲੇ ਸੁੱਟ ਦਿਓ ਜਹਾਜ਼ ਦੇ ਤੇ, ਪਾਣੀ ਸਮੁੰਦਰ ਸੁੱਟ ਦਿਓ ਮੈਨੂੰ। ਇਹ ਜਿਹੜਾ ਸਮੁੰਦਰ ਸ਼ਾਂਤ ਹੋ ਜਾਵੇਗਾ, ਸਮੁੰਦਰ ਕੀ ਹੋ ਜਾਵੇਗਾ, ਫਿਰ ਸ਼ਾਂਤ ਹੋ ਜਾਵੇਗਾ। ਉਹ ਕਹਿੰਦੇ ਅਸੀਂ ਅੱਗੇ ਵਿਪਤਾ ਵਿੱਚ ਪਏ ਆ, ਇੱਕ ਹੋਰ ਅਸੀਂ ਕਤਲ ਕਰ ਦਈਏ, ਇੱਕ ਹੋਰ ਅਸੀਂ ਖੂਨ ਕਰ ਦਈਏ ਤੇ ਸਾਡੇ ਉੱਤੇ ਹੋਰ ਵਿਪਤਾ ਤੇ ਜਾਲੀ ਨਾ ਆ ਜਾਵੇ। ਉਹਨੇ ਦੱਸਿਆ ਕਿ ਮੈਂ ਏਦਾਂ ਕੀਤਾ, ਫਿਰ ਵੀ ਉਹ ਨਹੀਂ ਮੰਨੇ। ਉਹਨਾਂ ਨੇ ਕੋ ਨਹੀਂ ਪਾਈ, ਉਹਨਾਂ ਨੇ ਪਰਚੀਆਂ ਪਾਈਆਂ। ਜਦੋਂ ਪਰਚੀਆਂ ਪਾਈਆਂ, ਪਰਚੀ ਗੁਨਾਹ ਦੇ ਨਾਂ ਤੇ ਹੀ ਨਿਕਲੀ। ਫਿਰ ਉਹਨਾਂ ਨੇ ਆਖਿਆ ਠੀਕ ਹੈ, ਉਹਨਾਂ ਸੁੱਟ ਦਿੱਤਾ। ਤਾਂ ਫਿਰ ਜਿਹੜਾ ਸੀ ਤੂਫਾਨ ਥੰਮ ਗਿਆ। ਤੂਫਾਨ ਥੰਮ ਗਿਆ ਏ, ਪਰ ਗੁਨਾਹ ਦਾ ਤੂਫਾਨ ਅਜੇ ਨਹੀਂ ਥੰਮਿਆ।
ਉਹਨਾਂ ਦਾ ਜਹਾਜ਼ ਜਿਹੜਾ ਸੀ ਸਹੀ ਹੋ ਗਿਆ ਇੱਥੋਂ ਤੇ ਉਹਨਾਂ ਦੇ ਵਿੱਚ ਜਿੰਨੇ ਗੁਨਾਹ ਕੀਤਾ ਸੀ ਉਹ ਬਾਹਰ ਆ ਗਿਆ ਏ। ਹੁਣ ਉਹ ਜਹਾਜ਼ ਵਿੱਚ ਦੂਜੇ ਇਨਸਾਨ ਰਹਿ ਗਏ ਭਾਵੇਂ ਉਹਨਾਂ ਨੇ ਕਿੰਨੇ ਮਰਜ਼ੀ ਗੁਨਾਹ ਕੀਤੇ ਹੋਣ, ਕਿਉਂਕਿ ਉਹ ਜਾਣਦੇ ਨਹੀਂ ਆ। ਉਹ ਪਰਮੇਸ਼ਰ ਦੇ ਵਚਨ ਤੋਂ ਦੂਰ ਆ, ਉਹ ਪਰਮੇਸ਼ਰ ਦੇ ਵਚਨ ਤੋਂ ਵਾਂਝੇ ਆ। ਉਹਨਾਂ ਨੂੰ ਪਤਾ ਨਹੀਂ ਹੈ ਪਰਮੇਸ਼ਰ ਦੇ ਵਚਨ ਬਾਰੇ। ਉਹ ਆਪਣੇ ਆਪਣੇ ਲੋਕਾਂ ਨੂੰ ਪੁਕਾਰ ਰਹੇ ਨੇ, ਪਰ ਗੁਨਾਹ ਇਹਨੇ ਕੀਤਾ ਸੀ। ਪਰਮੇਸ਼ਰ ਦੀ ਆਵਾਜ਼ ਨੂੰ ਸੁਣਿਆ ਨਹੀਂ ਹੈ, ਰੀਝ ਨਾਲ ਨਹੀਂ ਸੁਣਿਆ, ਸੁਣਿਆ ਜ਼ਰੂਰ ਪਰ ਰੀਝ ਨਾਲ ਸੁਣਿਆ ਨਹੀਂ ਹੈ। ਫਿਰ ਕੀ ਕੀਤਾ? ਪਰਮੇਸ਼ਰ ਨੇ ਇਹਦੇ ਵਾਸਤੇ ਇੱਕ ਮੱਛੀ ਨੂੰ ਠਹਿਰਾਇਆ, ਵੱਡੀ ਸਾਰੀ ਮੱਛੀ ਨੇ। ਜਦੋਂ ਉਹਨੂੰ ਥੱਲੇ ਸੁੱਟਿਆ ਤੇ ਕੀ ਹੋਇਆ? ਮੱਛੀ ਨੇ ਆਪਣਾ ਮੂੰਹ ਅੱਡਿਆ ਤੇ ਗੁਨਾਹ ਜਿਹੜਾ ਸੀਗਾ ਸਿੱਧਾ ਮੱਛੀ ਦੇ ਅੰਦਰ ਚਲਾ ਗਿਆ। ਗੁਨਾਹ ਜਿਹੜਾ ਸੀਗਾ ਉਹ ਮੱਛੀ ਦੇ ਅੰਦਰ ਜਿਹੜਾ ਸੀਗਾ ਚਲਿਆ ਗਿਆ। ਹਾਂ, ਜਦ ਮੱਛੀ ਦੇ ਅੰਦਰ ਜਾਂਦਾ ਉਹਨੇ ਆਪਣੇ ਪੜੀਏ ਲਿਖਿਆ ਏ, ਤਦ ਉਹਨਾਂ ਨੇ ਯਹੋਵਾ ਨੂੰ ਪੁਕਾਰਿਆ। ਫਿਰ ਉਹਨੇ ਯਹੋਵਾ ਨੂੰ ਪੁਕਾਰਿਆ ਅਤੇ ਆਖਿਆ ਇਹ ਯਹੋਵਾ, ਅਸੀਂ ਤੇਰੇ ਤਰਲੇ ਕਰਦੇ ਹਾਂ ਭਈ ਅਸੀਂ ਇਸ ਮਨੁੱਖ ਦੀ ਜਾਨ ਦੇ ਕਾਰਨ ਨਾਸ਼ ਨਾ ਹੋਈਏ। ਅਸੀਂ ਆਂਦੇ ਇਸ ਮਨੁੱਖ ਦੀ ਜਾਨ ਦੇ ਕਾਰਨ ਨਾਸ਼ ਨਾ ਹੋਈਏ। ਅਸੀਂ ਪਰਮੇਸ਼ਰ ਤੇਰੇ ਅੱਗੇ ਕੀ ਕਰਦੇ ਆ? ਤਰਲੇ ਕਰਦੇ ਆ। ਅਤੇ ਤੂੰ ਬੇਦੋਸ਼ਾ ਖੂਨ ਸਾਡੇ ਉੱਤੇ ਨਾ ਪਾ। ਤੂੰ ਬੇਦੋਸ਼ਾ ਖੂਨ ਜਿਹੜਾ ਏ ਸਾਡੇ ਉੱਤੇ ਨਾ ਪਾ, ਕਿਉਂ ਜੋ ਇਹ ਯਹੋਵਾ ਤੈਂ ਜੋ ਚਾਹਿਆ ਹੈ ਸੋ ਹੀ ਕੀਤਾ ਹੈ। ਹਾਂਜੀ। ਫਿਰ ਉਹਨਾਂ ਨੇ ਜਨਾਨ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ। ਹਾਂਜੀ। ਅਤੇ ਸਮੁੰਦਰ ਦਾ ਸ਼ੋਰ ਬੰਦ ਹੋ ਗਿਆ। ਜਦੋਂ ਉਹਨਾਂ ਜਨਾਨ ਨੂੰ ਥੱਲੇ ਸੁੱਟ ਦਿੱਤਾ ਤੇ ਸਮੁੰਦਰ ਦਾ ਸ਼ੋਰ ਜਿਹੜਾ ਸੀਗਾ ਉਹ ਕੀ ਹੋ ਗਿਆ? ਇਹ ਕੱਟ ਗਿਆ ਏ। ਤਦ ਉਹਨਾਂ ਮਨੁੱਖਾਂ ਨੇ ਯਹੋਵਾ ਦਾ ਡਾਢਾ ਹੀ ਭੈ ਮੰਨਿਆ। ਉਹਨਾਂ ਨੇ ਵੀ ਕੀ ਕਰ ਲਿਆ? ਯਹੋਵਾ ਦਾ ਡਾਢਾ ਭੈ ਮੰਨ ਲਿਆ। ਉਹਨਾਂ ਵੀ ਮੰਨ ਲਿਆ ਕਿ ਵਾਕਿਆ ਹੀ ਪਰਮੇਸ਼ਰ ਹੈ। ਕਦਮੋਂ ਇਹਨੇ ਕੀ ਕੀਤਾ ਸੀ? ਗੁਨਾਹ ਕੀਤਾ ਸੀ ਤੇ ਇਹਦੇ ਕਾਰਨ ਜਿਹੜਾ ਤੂਫਾਨ ਆਇਆ ਹੈ। ਹਾਂਜੀ, ਅੱਗੇ। ਪਰ ਯਹੋਵਾ ਨੇ ਇੱਕ ਵੱਡੀ ਮੱਛੀ ਠਹਿਰਾਈ। ਪਰ ਯਹੋਵਾ ਨੇ ਇੱਕ ਵੱਡੀ ਮੱਛੀ ਨੂੰ ਠਹਿਰਾਇਆ ਜੋ ਜਨਾਨ ਨੂੰ ਨਿਕਲ ਜਾਵੇ। ਉਹ ਕੀ ਕੀਤਾ? ਉਹਨੇ ਜਨਾਨ ਨੂੰ ਕੀ ਕਰ ਲਿਆ? ਨਿਕਲ ਲਿਆ ਏ। ਅਤੇ ਜਨਾਨ ਦਿਨ ਰਾਤਾਂ ਮੱਛੀ ਦੇ ਢਿੱਡ ਵਿੱਚ ਰਿਹਾ। ਤਾਂ ਜਨਾਨ ਨੇ ਮੱਛੀ ਦੇ ਢਿੱਡ ਵਿੱਚ ਯਹੋਵਾ ਆਪਣੇ ਪਰਮੇਸ਼ਰ ਕੋਲ ਇਹੋ ਪ੍ਰਾਰਥਨਾ ਕੀਤੀ। ਫਿਰ ਕਿੱਥੇ ਪ੍ਰਾਰਥਨਾ ਕਰਦਾ ਹੈ? ਮੱਛੀ ਦੇ ਢਿੱਡ ਵਿੱਚ। ਕਿੱਥੇ ਜਾ ਕੇ ਡੁੱਬ ਕੇ, ਜਦੋਂ ਬੜੀ ਮੁਸ਼ਕਲ ਵਿੱਚ ਸੀਗਾ, ਇੰਨੀ ਮੁਸ਼ਕਲ ਵਿੱਚ ਜਾ ਕੇ ਤੇ ਫਿਰ ਕੀ ਕਰਦਾ? ਆਪਣੀਆਂ ਗਲਤੀਆਂ ਗੁਨਾਹ ਦਾ ਇਕਰਾਰ ਕਰਦਾ ਹੈ। ਅੱਜ ਸਾਨੂੰ ਲੋੜ ਹੈ ਕਿ ਅਸੀਂ ਆਪਣੀਆਂ ਗਲਤੀਆਂ ਗੁਨਾਹ ਦਾ ਇਕਰਾਰ ਹੋਣੀ ਕਰ ਲਈਏ। ਇਹ ਨਾ ਹੋਵੇ ਕਿ ਸਾਨੂੰ ਡੁੱਬਣਾ ਪਵੇ, ਇਹ ਨਾ ਹੋਵੇ ਸਾਨੂੰ ਤੂਫਾਨਾਂ ਵਿੱਚ ਜਾਣਾ ਪਵੇ, ਮੁਸ਼ਕਲਾਂ ਦੇ ਵਿੱਚ ਜਾਣਾ ਪਵੇ। ਜਦੋਂ ਅਸੀਂ ਮੁਸ਼ਕਲਾਂ ਦੇ ਵਿੱਚ ਚਲੇ ਜਾਵਾਂਗੇ, ਪਰੇਸ਼ਾਨੀਆਂ ਦੇ ਵਿੱਚ ਚਲੇ ਜਾਵਾਂਗੇ, ਸਮੱਸਿਆ ਵਿੱਚ ਜਾਵਾਂਗੇ ਤੇ ਫਿਰ ਜਾ ਕੇ ਇਕਰਾਰ ਕਰਾਂਗੇ, ਫਿਰ ਅਸੀਂ ਪਛਤਾਉਨੇ ਆ। ਇਹਨੇ ਕੀ ਕੀਤਾ? ਸਮੁੰਦਰ ਦੇ ਵਿੱਚ ਆਏ ਕਿ ਮੱਛੀ ਦੇ ਪੇਟ ਦੇ ਵਿੱਚ ਡੁੱਬ ਕੇ ਕੀ ਕਰ ਰਿਹਾ? ਇਕਰਾਰ ਨੂੰ ਕਰ ਰਿਹਾ ਹੈ। ਫਿਰ ਇਕਰਾਰ ਕਰ ਰਿਹਾ ਹੈ, ਫਿਰ ਆਪਣੀ ਗਲਤੀ ਦਾ ਇਕਰਾਰ ਕਰ ਰਿਹਾ ਹੈ। ਅੱਜ ਸਾਨੂੰ ਵੀ ਲੋੜ ਹੈ ਕਿ ਸਾਨੂੰ ਵੀ ਜ਼ਿੰਦਗੀ ਵਿੱਚ ਐਸਾ ਤੂਫਾਨ ਨਾ ਆ ਜਾਵੇ ਕਿ ਅਸੀਂ ਉੱਥੇ ਜਾ ਕੇ ਤੋਬਾ ਕਰੀਏ ਜਿੱਥੇ ਮੁੜ ਕੇ ਬੜੀ ਮੁਸ਼ਕਲ ਹੋ ਜਾਵੇ। ਉੱਥੇ ਜਾ ਕੇ ਤੋਬਾ ਕਰੀਏ ਜਿੱਥੇ ਬੜੀ ਮੁਸ਼ਕਲ ਹੋਵੇ। ਅੱਜ ਵੀ ਲੋੜ ਹੈ ਕਿ ਇਹ ਦੇਖਦਾ ਕਿ ਗੁਨਾਹ ਦੀ ਜ਼ਿੰਦਗੀ ਦੇ ਵਿੱਚ ਹੋਇਆ ਹੈ, ਕਿਤੇ ਸਾਡੀ ਜ਼ਿੰਦਗੀ ਵਿੱਚ ਵੀ ਨਾ ਇਤਰਾਜ਼ ਨਹੀਂ, ਕਿਤੇ ਸਾਡੀ ਵੀ ਜ਼ਿੰਦਗੀ ਵਿੱਚ ਇਦਾਂ ਦੀ ਨਾ ਹੋ ਜਾਵੇ, ਕਿਤੇ ਅਸੀਂ ਵੀ ਇਦਾਂ ਦੇ ਨਾ ਬਣੇ ਜਾਈਏ। ਅੱਜ ਹੀ ਸਾਨੂੰ ਲੋੜ ਹੈ। ਇਹਨੇ ਕਿੱਥੇ ਕੀਤੀ ਹੈ? 3 ਦਿਨ ਕਿੰਨੀ ਸਜ਼ਾ ਦੇ ਵਿੱਚ ਰਿਹਾ ਹੈ, ਕਿੰਨੀ ਮੁਸ਼ਕਲ ਦੇ ਵਿੱਚ ਰਿਹਾ ਹੈ, ਕਿੰਨੀ ਪਰੇਸ਼ਾਨੀ ਵਿੱਚ ਰਿਹਾ ਹੈ। ਤੇ ਮੱਛੀ ਦੇ ਢਿੱਡ ਦੇ ਵਿੱਚ ਜਾ ਕੇ ਫਿਰ ਕੀ ਕਰਦਾ ਹੈ? ਯਹੋਵਾ ਦੇ ਅੱਗੇ ਪ੍ਰਾਰਥਨਾ ਕਰਦਾ। ਕੀ ਪ੍ਰਾਰਥਨਾ ਕਰਦਾ ਹੈ? ਮੈਂ ਆਪਣੀ ਔਖਿਆਈ ਵਿੱਚ ਯਹੋਵਾ ਨੂੰ ਪੁਕਾਰਿਆ। ਆਂਦਾ ਫਿਰ ਮੈਂ ਆਪਣੀ ਔਖਿਆਈ ਦੇ ਵਿੱਚ ਯਹੋਵਾ ਨੂੰ ਪੁਕਾਰਿਆ ਅਤੇ ਉਹਨੇ ਮੈਨੂੰ ਉੱਤਰ ਦਿੱਤਾ। ਮੈਂ ਪਤਾਲ ਦੇ ਢਿੱਡ ਵਿੱਚੋਂ ਦੁਹਾਈ ਦਿੱਤੀ। ਮੈਂ ਫਿਰ ਪਤਾਲ ਦੇ ਢਿੱਡ ਦੇ ਵਿੱਚੋਂ ਦੁਹਾਈ ਦਿੱਤੀ। ਮੈਂ ਮੇਰੀ ਆਵਾਜ਼ ਸੁਣੀ ਤੇ ਫਿਰ ਯਹੋਵਾ ਨੇ ਆਵਾਜ਼ ਵੀ ਸੁਣੀ। ਉਹ ਆਵਾਜ਼ ਤੇ ਸੁਣਦਾ ਹੈ, ਪਰ ਕਦੋਂ ਜੇ ਅਸੀਂ ਰੀਕ ਨਾਲ ਪਰਮੇਸ਼ਰ ਦੀ ਆਵਾਜ਼ ਨੂੰ ਪਹਿਲਾਂ ਸੁਣ ਲਵਾਂਗੇ ਤੇ ਪ੍ਰਭੂ ਸਾਡੇ ਜੀਵਨ ਦੇ ਵਿੱਚ ਆਪਣੇ ਕੰਮ ਨੂੰ ਕਰੇਗਾ। ਆਦੀ 2:7 ਨੂੰ ਪੜ੍ਹੀਏ, ਲਿਖਿਆ ਹੈ, ਜਿਸ ਵੇਲੇ ਮੇਰਾ ਜੀ ਮੇਰੇ ਜੀ ਵਿੱਚ ਡੁੱਬ ਗਿਆ। ਜਿਸ ਵੇਲੇ ਮੇਰਾ ਜੀ ਮੇਰੇ ਵਿੱਚ ਆਂਦਾ ਡੁੱਬ ਗਿਆ। ਤਾਂ ਜਦੋਂ ਮੇਰਾ ਜੀ ਜਿਹੜਾ ਸੀ, ਜਦੋਂ ਮੇਰਾ ਮਨ ਪੂਰੀ ਤਰ੍ਹਾਂ ਪਰਮੇਸ਼ਰ ਵਿੱਚ ਡੁੱਬ ਗਿਆ, ਜਦੋਂ ਮੈਂ ਪੂਰੀ ਤਰ੍ਹਾਂ ਡੁੱਬ ਗਿਆ, ਮੈਂ ਵੇਖਿਆ ਹੁਣ ਮੈਂ ਕੀ ਆ? ਡੁੱਬਿਆ। ਜਦੋਂ ਮੇਰਾ ਜੀ ਪੂਰੀ ਤਰ੍ਹਾਂ ਮੇਰੇ ਵਿੱਚ ਡੁੱਬ ਗਿਆ, ਤਦ ਮੈਂ ਯਹੋਵਾ ਨੂੰ ਚੇਤੇ ਕੀਤਾ। ਫਿਰ ਮੈਂ ਯਹੋਵਾ ਨੂੰ ਚੇਤੇ ਕੀਤਾ। ਜਦੋਂ ਡੁੱਬ ਗਿਆ, ਜਦੋਂ ਬਹੁਤ ਮੁਸ਼ਕਲ ਵਿੱਚ ਪੈ ਗਿਆ ਕਿ ਹੁਣ ਮੈਂ ਡੁੱਬਿਆ ਵਾਂ, ਮੈਨੂੰ ਇੱਥੋਂ ਕੋਈ ਨਹੀਂ ਬਚਾ ਸਕਦਾ।
ਉਦੋਂ ਰੱਬ ਚੇਤੇ ਆਉਂਦਾ ਏ, ਉਦੋਂ ਖੁਦਾ ਚੇਤੇ ਆਉਂਦਾ ਏ ਜਦੋਂ ਸਾਨੂੰ ਪਤਾ ਲੱਗਦਾ ਕਿ ਹੁਣ ਸਾਡਾ ਕੋਈ ਇੱਥੇ ਬਚਾਉਣ ਵਾਲਾ ਨਹੀਂ ਹੈ, ਕੋਈ ਸਾਡਾ ਤੇ ਭੈਣ ਭਰਾ ਨਹੀਂ ਹੈ, ਕੋਈ ਮੈਨੂੰ ਇੱਥੋਂ ਕੱਢਣ ਵਾਲਾ ਨਹੀਂ ਹੈ, ਕੋਈ ਮੈਨੂੰ ਛਡਾਉਣ ਵਾਲਾ ਨਹੀਂ ਹੈਗਾ। ਫਿਰ ਉਹਨੂੰ ਖੁਦਾ ਦੀ ਆਵਾਜ਼ ਚੇਤੇ ਆਉਂਦੀ ਹੈ। ਫਿਰ ਖੁਦਾ ਦਾ ਬਚਨ ਚੇਤੇ ਆਉਂਦਾ ਏ, ਜਿਹੜਾ ਬਚਨ ਉਹਨੂੰ ਕਿਹਾ ਗਿਆ ਸੀ ਪਰ ਯਾਦ ਆਉਂਦਾ ਏ। ਕਹਿੰਦਾ ਮੇਰਾ ਜੀ ਜਦੋਂ ਮੇਰੇ ਵਿੱਚ ਪੂਰੀ ਤਰ੍ਹਾਂ ਡੁੱਬ ਗਿਆ ਅਤੇ ਮੇਰੀ ਪ੍ਰਾਰਥਨਾ ਤੇਰੀ ਕੋਲ ਤੇਰੀ ਜਦੋਂ ਮੇਰਾ ਜੀ ਮੇਰੇ ਵਿੱਚ ਪਹਿਲਾਂ ਪੜੀਏ ਤਦ ਮੈਂ ਯਹੋਵਾ ਨੂੰ ਚੇਤੇ ਕੀਤਾ, ਫਿਰ ਮੈਂ ਯਹੋਵਾ ਨੂੰ ਚੇਤੇ ਕੀਤਾ ਅਤੇ ਮੇਰੀ ਪ੍ਰਾਰਥਨਾ ਤੇਰੇ ਕੋਲ ਮੇਰੀ ਪ੍ਰਾਰਥਨਾ ਤੇਰੇ ਕੋਲ ਤੇਰੀ ਪਵਿੱਤਰ ਹੈਕਲ ਵਿੱਚ ਅੱਪੜ ਪਈ। ਮੇਰੀ ਪ੍ਰਾਰਥਨਾ ਦਾ ਫਿਰ ਤੇਰੀ ਪਵਿੱਤਰ ਹੈਕਲ ਦੇ ਵਿੱਚ ਕਦੋਂ? ਜਦੋਂ ਅਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਠੀਕ ਨਾਲ ਸੁਣਦੇ ਹਾਂ, ਜਦੋਂ ਅਸੀਂ ਆਪਣਾ ਸਭ ਕੁਝ ਤਿਆਗ ਦਿੰਦੇ ਹਾਂ, ਜਦੋਂ ਅਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਰੀਝ ਨਾਲ ਮੰਨ ਲੈਂਦੇ ਹਾਂ, ਉਦੋਂ ਹੀ ਪਰਮੇਸ਼ਵਰ ਸਾਡੀ ਆਵਾਜ਼ ਨੂੰ ਸੁਣ ਲੈਂਦਾ। ਅੱਜ ਸਾਡੀ ਇਹ ਲੋੜ ਹੈ ਕਿ ਪਰਮੇਸ਼ਵਰ ਦੀ ਆਵਾਜ਼ ਨੂੰ ਅਸੀਂ ਸੁਣਦੇ ਹਾਂ, ਹਰ ਰੋਜ਼ ਸੁਣਦੇ ਹਾਂ, ਹਰ ਵੇਲੇ ਸੁਣਦੇ ਹਾਂ, ਕਈ ਤਰ੍ਹਾਂ ਦੇ ਅਸੀਂ ਆਵਾਜ਼ ਨੂੰ ਸੁਣਦੇ ਹੋਵਾਂਗੇ, ਕਈ ਤਰੀਕੇ ਦੇ ਨਾਲ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਦੇ ਹੋਵਾਂਗੇ, ਕਈ ਤਰੀਕੇ ਨਾਲ ਪਰਮੇਸ਼ਵਰ ਸਾਨੂੰ ਆਵਾਜ਼ ਦਿੰਦਾ ਹੋਵੇਗਾ, ਤਾਂ ਅਸੀਂ ਉਹਦੀ ਆਵਾਜ਼ ਨੂੰ ਕਈ ਵੇਲੇ ਪਛਾਣਦੇ ਹੀ ਨਹੀਂ ਆ, ਰੀਝ ਨਾਲ ਨਹੀਂ ਸੁਣਦੇ, ਕਹਿੰਦੇ ਕੋਈ ਗੱਲ ਨਹੀਂ ਆ, ਅੱਜ ਅਸੀਂ ਇਸ ਪਾਸੇ ਨੂੰ ਹੀ ਚਲੇ ਜਾਵਾਂਗੇ, ਅੱਜ ਅਸੀਂ ਇਸ ਪਾਸੇ ਨੂੰ ਚਲੇ ਜਾਵਾਂਗੇ। ਰੀਝ ਨਾਲ ਅਸੀਂ ਆਵਾਜ਼ ਨੂੰ ਸੁਣਦੇ ਨਹੀਂ, ਜਦੋਂ ਅਸੀਂ ਰੀਝ ਨਾਲ ਪਰਮੇਸ਼ਰ ਦੀ ਆਵਾਜ਼ ਨੂੰ ਨਹੀਂ ਸੁਣਦੇ, ਉਦੋਂ ਸਾਡੇ ਜੀਵਨ ਦੇ ਵਿੱਚ ਤੂਫਾਨ ਹੁੰਦਾ, ਉਦੋਂ ਸਾਡੇ ਜੀਵਨ ਵਿੱਚ ਮੁਸ਼ਕਲਾਂ ਹੁੰਦੀਆਂ ਨੇ। ਤੇ ਇਸੇ ਯਾਦ ਕੇ ਕੀ ਕੀਤਾ ਹੈ, ਇਹਨੇ ਪ੍ਰਾਰਥਨਾ ਕੀਤੀ ਹੈ, ਇਹਨੇ ਬੇਨਤੀ ਨੂੰ ਕੀਤਾ ਹੈ, ਫਿਰ ਯਾਦ ਕੇ ਉੱਥੇ ਬਚਨ ਵੀ ਸੁਣਾਇਆ ਹੈ, ਫਿਰ ਬਚਨ ਸੁਣਾਇਆ, ਫਿਰ ਇਹਨੇ ਯਾਦ ਕੇ ਉੱਥੇ ਕੀ ਕੀਤਾ ਹੈ, ਬਚਨ ਨੂੰ ਜਿਹੜਾ ਹੈ ਸੁਣਾਇਆ ਹੈ। ਇਹਨੇ ਪਰਮੇਸ਼ਵਰ ਦੇ ਬਚਨ ਨੂੰ ਨਿਨਵਾ ਦੇ ਵਿੱਚ ਪਰਮੇਸ਼ਵਰ ਲੈ ਕੇ ਗਿਆ। 3 ਦਿਨ ਦਾ ਪੈਂਡਾ ਜਿਹੜਾ ਸੀ ਸਮੁੰਦਰ ਦੇ ਵਿੱਚ ਮੱਛੀ ਨੇ ਜਿਹੜਾ ਸੀ ਉਹ ਤੈਅ ਕੀਤਾ, ਸਮੁੰਦਰ ਦੇ ਵਿੱਚ ਉਹਨੂੰ ਉੱਥੇ ਦੂਜਾ ਪਾਰ ਕਰਾਇਆ ਤੇ ਨਿਨਵਾ ਦੇ ਵਿੱਚ ਲੈ ਕੇ ਗਈ। ਉੱਥੇ ਜਾ ਕੇ ਮੱਛੀ ਨੇ ਬਾਹਰ ਨੂੰ ਗਲਾਸ ਦਿੱਤਾ। ਉਦੋਂ ਜਦੋਂ ਇਹਨੇ ਤੋਬਾ ਕਰ ਲਈ, ਜਦੋਂ ਇਹਨੇ ਆਪਣਾ ਜੀਵਨ ਜਿਹੜਾ ਸੀ ਪ੍ਰਭੂ ਯਿਸੂ ਮਸੀਹ ਨੂੰ ਪਰਮੇਸ਼ਵਰ ਜਿਹੜਾ ਦੇ ਦਿੱਤਾ, ਇਹਨੇ ਜਾ ਕੇ ਪ੍ਰਚਾਰ ਕੀਤਾ। ਜਦੋਂ ਪ੍ਰਚਾਰ ਕਾਲੇ 3 ਅਧਿਆਏ ਨੂੰ ਪੜ੍ਹਦੇ ਆ ਤੇ ਲਿਖਿਆ ਇਹਨੇ ਉਹ ਜਗ੍ਹਾ ਤੇ ਪ੍ਰਚਾਰ ਕੀਤਾ, ਉਹ ਜਗ੍ਹਾ ਤੇ ਜੋ ਪਰਮੇਸ਼ਰ ਨੇ ਕਿਹਾ ਸੀਗਾ ਇਹਨੇ ਜਾ ਕੇ ਦੱਸਿਆ ਏ। ਜਦੋਂ ਅਸੀਂ ਜ਼ਿਆਦਾ ਲੰਬਾ ਨਹੀਂ ਪੜ੍ਹਦੇ ਤਾਂ ਪੜ੍ਹਦੇ ਲਿਖਿਆ ਏ, ਇਹ ਖਬਰ ਨਿਨਵਾ ਦੇ ਪਾਸ਼ਾ ਨੂੰ ਅੱਪੜ ਪਈ। ਇਹਨੇ ਜਾ ਕੇ ਪ੍ਰਚਾਰ ਕੀਤਾ ਕਿ 40 ਦਿਨਾਂ ਨੂੰ ਜਿਹੜਾ ਇਹ ਨਿਨਵਾ ਸ਼ਹਿਰ ਜਿਹੜਾ ਢਾਇਆ ਜਾਵੇਗਾ, ਇਹ ਨਾਸ਼ ਹੋ ਜਾਵੇਗਾ, ਇੱਥੋਂ ਕੋਈ ਵੀ ਨਹੀਂ ਬਚੇਗਾ, ਇਹ ਸਭ ਤਬਾਹ ਹੋ ਜਾਵੇਗਾ, ਇਹ ਸਭ ਕੁਝ ਖਤਮ ਹੋ ਜਾਵੇਗਾ। ਇਹ ਦਿਨ ਲਗਾਤਾਰ ਘੁੰਮਦਾ ਰਿਹਾ। ਉੱਥੇ ਜਾ ਕੇ ਜਿਹੜਾ ਸੀ ਬਹੁਤ ਵੱਡਾ ਇੱਕ ਸ਼ਹਿਰ ਸੀਗਾ, ਇਲਾਕਾ ਸੀਗਾ, ਉਹਦੇ ਵਿੱਚ ਜਾ ਕੇ ਲਗਾਤਾਰ ਪ੍ਰਚਾਰ ਨੂੰ ਜਿਹੜਾ ਸੁਣਾ ਰਿਹਾ ਸੀਗਾ। ਇਹ ਖਬਰ ਨਿਨਵਾ ਦੇ ਪਾਸ਼ਾ ਨੂੰ ਅੱਪੜ ਪਈ। ਇਹ ਖਬਰ ਜਿਹੜੀ ਸੀ ਫਿਰ ਨਿਨਵਾ ਦੇ ਪਾਸ਼ਾ ਨੂੰ ਵੀ ਜਿਹੜੀ ਸੀ, ਜਿਹੜਾ ਉੱਥੋਂ ਦਾ ਰਾਜਾ ਸੀਗਾ, ਉਹਨੂੰ ਵੀ ਪਹੁੰਚ ਗਈ। ਤਾਂ ਉਹ ਆਪਣੀ ਰਾਜਗੱਦੀ ਤੋਂ ਉੱਠਿਆ, ਉਹ ਆਪਣੀ ਰਾਜਗੱਦੀ ਤੋਂ ਉੱਠਿਆ, ਆਪਣਾ ਸ਼ਾਹੀ ਜੁੱਬਾ ਲਾ ਸੁੱਟਿਆ, ਉਹਨੇ ਆਪਣਾ ਸ਼ਾਹੀ ਜੁੱਬਾ ਵੀ ਲਾ ਦਿੱਤਾ। ਉਹਨੇ ਕੀ ਕੀਤਾ ਹੈ, ਰਾਜਾ ਕੀ ਹੋ ਗਿਆ, ਨੀਵਾ। ਜੇ ਚੁਣਾ ਉੱਥੇ ਨਾ ਜਾਂਦਾ, ਉਹਨਾਂ ਪ੍ਰਚਾਰ ਸੁਣਨਾ ਸੀ, ਉਹਨਾਂ ਪਰਮੇਸ਼ਰ ਦੇ ਬੱਚੇ ਨੂੰ ਕਿੱਦਾਂ ਮੰਨਣਾ ਸੀ? ਕਿਉਂਕਿ ਅੱਜ ਵੀ ਲੋੜ ਹੈ, ਅੱਜ ਵੀ ਪਰਮੇਸ਼ਰ ਆਪਣੇ ਲੋਕਾਂ ਨੂੰ ਭੇਜਦਾ ਹੈ, ਜਾਓ ਤੇ ਜਾ ਕੇ ਕੀ ਪ੍ਰਚਾਰ ਨੂੰ ਸੁਣਾਓ, ਮੇਰੀ ਮਨਾਦੀ ਕਰੋ, ਉਹਨਾਂ ਨੂੰ ਦੱਸੋ। ਗੁਨਾਹ ਨੇ ਪ੍ਰਚਾਰ ਕੀਤਾ, ਪਰਮੇਸ਼ਰ ਨੇ ਭੇਜਿਆ, ਤੂੰ ਨਿਨਵਾ ਦੇ ਵਿੱਚ ਜਾ ਕੇ ਪ੍ਰਚਾਰ ਨੂੰ ਕਰ, ਜਾ ਕੇ ਦੱਸ ਦੇ ਕਿ 40 ਦਿਨਾਂ ਦੇ ਸ਼ਹਿਰ ਜਿਹੜਾ ਢਾਇਆ ਜਾਵੇਗਾ। ਜਦੋਂ ਉਹਨੇ ਸਭ ਜਿਹੜਾ ਕੀਤਾ ਤੇ ਕੀ ਹੋ ਗਿਆ ਏ, ਰਾਹੋ ਖਬਰ ਜਿਹੜੀ ਆ ਰਾਜੇ ਤੱਕ ਵੀ ਪਹੁੰਚ ਗਈ ਏ, ਤੇ ਰਾਜਾ ਜਿਹੜਾ ਏ ਆਪਣਾ ਸਾਈ ਜੁੱਬਾ ਉਹਨੇ ਲਾ ਦਿੱਤਾ ਏ, ਸਾਈ ਬਸਤਰ ਬਦਲ ਲਏ, ਸਾਈ ਕੁਰਸੀ ਨੂੰ ਛੱਡ ਦਿੱਤਾ ਏ। ਹਾਂ ਅੱਗੇ ਪੜੀਏ। ਅਤੇ ਤੱਪੜ ਪਾ ਕੇ ਰਾਖ ਵਿੱਚ ਬੈਠ ਗਿਆ, ਉਹ ਵੀ ਤੱਪੜ ਪਾ ਕੇ ਰਾਖ ਦੇ ਵਿੱਚ ਬੈਠ ਗਿਆ। ਉਸਨੇ ਹੋਕਾ ਦਿੱਤਾ, ਉਹਨੇ ਵੀ ਹੋਕਾ ਦੇ ਦਿੱਤਾ ਏ, ਨਿਨਵਾ ਵਿੱਚ ਪ੍ਰਚਾਰ ਕੀਤਾ। ਹਾਂਜੀ, ਪਾਸ਼ਾ ਤੇ ਉਹਦੇ ਸਰਦਾਰਾਂ ਦਾ ਫਰਮਾਨ, ਹਾਂਜੀ, ਨਾ ਆਦਮੀ ਨਾ ਪਸ਼ੂ ਨਾ ਵੱਗ ਨਾ ਇੱਜੜ ਕੋ ਚੱਖਣ, ਉਹ ਨਾ ਖਾਣ ਨਾ ਪਾਣੀ ਪੀਣ, ਪਰ ਆਦਮੀ ਔਰ ਪਸ਼ੂ ਤੱਪੜਾਂ ਨਾਲ ਟੱਕੇ ਹੋਏ ਹੋਣ ਅਤੇ ਪਰਮੇਸ਼ਰ ਦੇ ਅੱਗੇ ਜ਼ੋਰ ਲਾ ਕੇ ਤਰਲੇ ਕਰਨ। ਸਭ ਕੋਈ ਆਪੋ ਆਪਣੇ ਪੈਰੇ ਰਾਹ ਤੋਂ ਅਤੇ ਆਪੋ ਆਪਣੇ ਜ਼ੁਲਮ ਤੋਂ ਜੋ ਕਰ ਰਹੇ ਹਨ ਮੂੰਹ ਮੋੜਨ। ਕੀ ਇਹਨਾਂ ਨੇ ਕੀ ਸੀ ਹੁਕਮ? ਜਦੋਂ ਪਤਾ ਲੱਗ ਗਿਆ
ਉਹਨੇ ਪ੍ਰਚਾਰ ਕੀਤਾ ਕਿ 40 ਦਿਨਾਂ ਨੂੰ ਜਿਹੜਾ ਇਹ ਦੇਸ਼ ਹੈ ਤਬਾਹ ਹੋ ਜਾਏ। 5 ਆਇਤਾਂ ਪੜ੍ਹੀਏ ਲਿਖਿਆ ਹੈ, ਤਾਂ ਨਿਨਵਾ ਦੇ ਲੋਕਾਂ ਨੇ ਪਰਮੇਸ਼ਰ ਉੱਤੇ ਪ੍ਰਤੀਤ ਕੀਤੀ। ਨਿਨਵਾ ਦੇ ਲੋਕਾਂ ਨੇ ਕੀ ਕਰ ਲਈਏ? ਪਰਮੇਸ਼ਵਰ ਦੇ ਵਚਨ ਨੂੰ ਮੰਨ ਲਿਆ ਏ। ਜਦੋਂ ਜਾ ਕੇ ਪਰਮੇਸ਼ਵਰ ਦਾ ਵਚਨ ਸੁਣਾ ਰਿਹਾ ਸੀ ਕਿ 40 ਦਿਨਾਂ ਨੂੰ ਇਹ ਨਿਨਵਾ ਸ਼ਹਿਰ ਜਿਹੜਾ ਏ ਟੱਟ ਜਾਵੇਗਾ, ਇਹ ਨਾਸ਼ ਹੋ ਜਾਵੇਗਾ, ਕੋਈ ਵੀ ਇੱਥੇ ਬਚੇਗਾ ਨਹੀਂ ਹੈ। ਤੇ ਉਹਨੇ ਜਾ ਕੇ ਪ੍ਰਚਾਰ ਕੀਤਾ ਤੇ ਉਹਨਾਂ ਲੋਕਾਂ ਨੇ ਕੀ ਕਰ ਲਿਆ ਏ? ਹੁਕਮ ਨੂੰ ਮੰਨ ਲਿਆ ਹੈ ਅਤੇ ਵਰਤ ਰੱਖਣ ਦਾ ਹੋਕਾ ਦਿੱਤਾ। ਉਹਨਾਂ ਨੇ ਫਿਰ ਕੀ ਦਿੱਤਾ ਏ? ਵਰਤ ਰੱਖਣ ਦਾ ਹੋਕਾ ਦਿੱਤਾ ਏ। ਅਤੇ ਵੱਡਿਆਂ ਤੋਂ ਲੈ ਕੇ ਨਿੱਕਿਆਂ ਤੋੜੀ ਉਹਨਾਂ ਨੇ ਤੱਪੜ ਪਾ ਲਏ। ਸਭ ਨੇ ਵਚਨ ਨੂੰ ਕਬੂਲ ਕੀਤਾ, ਇੱਕ ਨੇ ਨਹੀਂ। ਉਹਨੇ ਸਾਰਿਆਂ ਨੇ ਕੀ ਕਰ ਲਿਆ ਏ? ਪਰਮੇਸ਼ਵਰ ਦੇ ਵਚਨ ਨੂੰ ਕਬੂਲ ਕਰ ਲਿਆ ਏ, ਪਰਮੇਸ਼ਵਰ ਦੇ ਵਚਨ ਨੂੰ ਮੰਨ ਲਿਆ ਏ। ਤੋ ਰੋਜ਼ਾ ਰੱਖ ਕੇ, ਉਹ ਵਰਤ ਰੱਖ ਕੇ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠ ਗਏ। ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠ ਗਏ ਤੇ ਗੱਲ ਰਾਜੇ ਨੂੰ ਪਹੁੰਚ ਗਈ। ਰਾਜਾ ਵੀ ਜਿਹੜਾ ਸੀ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠ ਗਿਆ। ਉਹਨੇ ਵੀ ਕਹਿ ਦਿੱਤਾ, ਕਹਿੰਦਾ ਉਹਨੇ ਇੰਨਾ ਸਖਤ ਐਲਾਨ ਕਰ ਦਿੱਤਾ ਕਿ ਫਰਮਾਨ ਹੋਕਾ ਦੇ ਦਿੱਤਾ ਕਿ ਕੋਈ ਜਿਹੜਾ ਏ ਆਪਣੇ ਡੰਗਰਾਂ ਨੂੰ ਵੀ ਪੱਠੇ ਨਹੀਂ ਪਾਵੇਗਾ, ਕੋਈ ਜਿਹੜਾ ਖੋਲ ਕੇ ਵੀ ਲੈ ਕੇ ਨਹੀਂ ਆਵੇਗਾ, ਬੱਚੇ ਵੀ ਦੁੱਧ ਨਹੀਂ ਪੀਣਗੇ, ਬੱਚਿਆਂ ਨੂੰ ਵੀ ਦੁੱਧ ਚੰਗਾਇਆ। ਇੰਨਾ ਸਖਤ ਜਿਹੜਾ ਸੀ ਉਹਨਾਂ ਵਰਤ ਰੱਖ ਲਿਆ। ਜਦੋਂ ਇੰਨਾ ਸਖਤ ਜਿਹੜਾ ਸੀ ਵਰਤ ਰੱਖਿਆ, ਇੰਨਾ ਵਰਤ ਰੱਖ ਕੇ ਜਦੋਂ ਪ੍ਰਾਰਥਨਾ ਕਰਦੇ ਸੀ, ਬੇਨਤੀ ਕਰਦੇ ਸੀਗੇ, ਅੱਗੇ ਲਿਖਿਆ ਹੈ, ਅੱਜ ਪੜ੍ਹਦੇ ਸੀ, ਕੀ ਜਾਣੀਏ ਜੋ ਪਰਮੇਸ਼ਰ ਮੁੜੇ ਅਤੇ ਪਛਤਾਵੇ ਅਤੇ ਆਪਣੇ ਤੱਤੇ ਕ੍ਰੋਧ ਤੋਂ ਹਟ ਜਾਵੇ ਅਸੀਂ ਨਾਸ਼ ਨਾ ਹੋਈਏ। ਹਾਂ, ਜਦ ਪਰਮੇਸ਼ਰ ਉਹਨਾਂ ਦੇ ਕੰਮਾਂ ਨੂੰ ਡਿਠਾ ਕਿ ਉਹ ਆਪਣੇ ਭੈੜੇ ਰਾਹ ਤੋਂ ਮੁੜ ਪਏ ਹਨ, ਤਦ ਪਰਮੇਸ਼ਰ ਉਸ ਬੁਰਾਈ ਤੋਂ ਪਛਤਾਇਆ ਜੋ ਪਰਮੇਸ਼ਰ ਨੇ ਉਸ ਬੁਰਾਈ ਤੋਂ ਕੀ ਕੀਤਾ? ਫਿਰ ਪਛਤਾਇਆ। ਅੱਜ ਅਸੀਂ ਰੋਜ਼ਾ ਰੱਖ ਕੇ ਪ੍ਰਾਰਥਨਾ ਕਰ ਰਹੇ ਹਾਂ, ਅੱਜ ਅਸੀਂ ਵਰਤ ਰੱਖ ਕੇ ਪ੍ਰਾਰਥਨਾ ਕਰ ਰਹੇ, ਪ੍ਰਭੂ ਹਰ ਇੱਕ ਦੇ ਬੰਦੇ ਟੁੱਟਣੇ ਚਾਹੀਦੇ ਨੇ। ਅਸੀਂ ਸਾਰੇ ਮਿਲ ਕੇ ਪ੍ਰਾਰਥਨਾ ਕਰਦੇ ਹਾਂ, ਵਰਤ ਰੱਖਦੇ ਹਾਂ, ਪਰਮੇਸ਼ਰ ਦੇ ਵਚਨ ਨੂੰ ਮੰਨਣਾ ਹੈ, ਪਰਮੇਸ਼ਰ ਦੇ ਵਚਨ ਨੂੰ ਕਬੂਲ ਕਰਨਾ ਹੈ, ਫਿਰ ਅਸੀਂ ਪਰਮੇਸ਼ਰ ਦੇ ਘਰ ਦੇ ਵਿੱਚ ਆਉਣਾ ਹੈ। ਫਿਰ ਪਰਮੇਸ਼ਰ ਜਿਹੜਾ ਸਾਰੇ ਬੰਦਿਆਂ ਨੂੰ ਤੋੜ ਦੇਵੇਗਾ, ਫਿਰ ਪਰਮੇਸ਼ਰ ਪਛਤਾਉਂਦਾ ਹੈ, ਸਾਡੀ ਆਵਾਜ਼ ਨੂੰ ਸੁਣ ਲੈਂਦਾ ਹੈ, ਪਛਤਾਉਂਦਾ ਹੈ। ਪਰਮੇਸ਼ਰ ਕੀ ਕੀਤਾ ਉੱਥੇ? ਪਛਤਾਇਆ। ਤੇ ਫਿਰ ਕੀ ਹੋ ਗਿਆ? ਹਾਂਜੀ, ਪਰਮੇਸ਼ਰ ਉਸ ਬੁਰਾਈ ਤੋਂ ਪਛਤਾਇਆ, ਜੋ ਸਾਖਿਆ ਸੀ ਕਿ ਉਹ ਉਹਨਾਂ ਨਾਲ ਕਰੇਗਾ ਅਤੇ ਉਸਨੇ ਉਹ ਨਹੀਂ ਕੀਤੀ। ਉਹਨੇ ਕੀਤੀ ਨਹੀਂ। ਫਿਰ ਉੱਥੇ ਕਿੰਨੇ ਲੋਕ ਸੀ ਜਿਹੜੇ ਬਚਾਏ ਗਏ? ਜਿਹਨੂੰ ਆਖਰੀ 4 ਦੇ ਆਖਰੀ ਆਇਤ ਨੂੰ ਪੜ੍ਹ ਕੇ ਵੇਖਦੇ ਹਾਂ, ਆਖਰੀ ਤਾਂ ਵਿੱਚ ਲਿਖਿਆ ਹੈ ਕਿ ਇਸ ਵੱਡੇ ਸ਼ਹਿਰ ਨਿਨਵਾ ਉੱਤੇ, ਕੀ ਲਿਖਿਆ ਹੁੰਦਾ? ਇਸ ਵੱਡੇ ਸ਼ਹਿਰ ਨਿਨਵਾ ਦੇ ਉੱਤੇ ਮੈਨੂੰ ਤਰਸ ਨਹੀਂ ਸੀ ਆਉਣਾ ਚਾਹੀਦਾ, ਜਿਹਦੇ ਵਿੱਚ 1,20,000 ਜਾਣੇ ਨਾਲੋਂ ਵੀ ਵਧੇਕ ਹਨ। ਕਿੰਨੇ ਲੋਕ ਨੇ? 1,20,000 ਤੋਂ ਵੱਧ। ਤੇ ਉੱਥੇ ਹੋਰ ਵੀ ਡੰਗਰ ਵੀ ਕਿੰਨੇ ਨੇ? ਬਹੁਤ ਸਾਰੇ। ਉਹਨਾਂ ਦੀ ਕੋਈ ਗਿਣਤੀ ਨਹੀਂ ਹੈ। ਪਰਮੇਸ਼ਰ ਕਹਿੰਦਾ ਮੈਨੂੰ ਉਹਨਾਂ ਤੇ ਤਰਸ ਆਉਂਦਾ ਹੈ ਜਦੋਂ ਵਚਨ ਨੂੰ ਮੰਨ ਲੈਂਦੇ ਨੇ। ਅੱਜ ਸਾਨੂੰ ਲੋੜ ਹੈ ਪਰਮੇਸ਼ਰ ਦੇ ਵਚਨ ਨੂੰ ਮੰਨਣ ਦੀ, ਪਰਮੇਸ਼ਰ ਦੇ ਹੁਕਮ ਨੂੰ ਮੰਨਣ ਦੀ, ਪਰਮੇਸ਼ਰ ਦੇ ਵਚਨ ਨੂੰ ਲੈਣ ਦੀ। ਕੱਲ੍ਹ ਅਸੀਂ ਗੱਲ ਸੁਣਾ ਗਏ ਸੀ, ਇੱਕ ਘਰ ਦੇ ਵਿੱਚ ਗਏ, ਉਹ ਭੈਣ ਨੇ ਇਸ ਤਰ੍ਹਾਂ ਦੱਸਿਆ, ਕਹਿੰਦੀ ਮੇਰੇ ਘਰ ਦੇ ਵਿੱਚ ਬਹੁਤ ਮੁਸ਼ਕਲ ਹੈ, ਮੇਰੇ ਘਰ ਦੇ ਵਿੱਚ ਬਹੁਤ ਪਰੇਸ਼ਾਨੀ ਹੈ। ਮੇਰਾ ਪਤੀ ਕੰਮ ਤੇ ਕਰਦਾ ਹੈ, ਪਰ ਜਿਹੜਾ ਕੰਮ ਕਰਦਾ ਉਹਨੂੰ ਪੈਸੇ ਪੂਰੇ ਮਿਲਦੇ ਨੇ। ਇਮਾਨਦਾਰੀ ਨਾਲ ਕੰਮ ਕਰਦਾ ਹੈ ਪਰ ਉਹਨੂੰ ਪੈਸੇ ਪੂਰੇ ਨਹੀਂ ਮਿਲਦੇ। ਮੇਰੇ 3 ਬੇਟੇ ਨੇ ਤੇ ਤਿੰਨੇ ਬੇਟੇ ਜਿਹੜੇ ਆਪਸ ਵਿੱਚ ਇੰਨਾ ਲੜਦੇ ਨੇ ਕਿ ਘਰ ਦੇ ਭਾਂਡੇ ਵੀ ਤੋੜ ਦਿੰਦੇ ਨੇ, ਘਰ ਦੀਆਂ ਚੀਜ਼ਾਂ ਜਿਹੜੀਆਂ ਤੋੜ ਦਿੰਦੇ ਨੇ। ਪਤਾ ਨਹੀਂ ਹੈ ਕਿ ਕਿਸੇ ਵੇਲੇ ਤੱਕ ਪਹੁੰਚ ਜਾਂਦੇ ਕਿ ਇੱਕ ਦੂਜੇ ਨੂੰ ਮਾਰਨ ਤੱਕ ਵੀ ਪਹੁੰਚੀ। ਇੰਨੇ ਤੰਗ ਨੇ, ਇੰਨੇ ਪਰੇਸ਼ਾਨ ਨੇ, ਇੰਨੇ ਘਰ ਦੇ ਵਿੱਚ ਮੁਸ਼ਕਲ ਨੇ। ਮੈਂ ਪਰਮੇਸ਼ਰ ਦੇ ਘਰ ਵੀ ਜਾਣਾ ਸ਼ੁਰੂ ਕੀਤਾ, ਲੇਕਿਨ ਮੇਰੇ ਪਤੀ ਮੰਨਦੇ ਨਹੀਂ। ਲੇਕਿਨ ਇੱਕ ਦਿਨ ਇੱਕ ਖੁਦਾ ਦੇ ਦਾਸ ਜਿਹੜੇ ਸੀ ਉੱਥੇ ਘਰ ਵਿੱਚ ਆਏ। ਉਹ ਕਹਿੰਦੇ ਕਿ ਤੁਸੀਂ ਕੀ ਕਰਨਾ ਹੈ? ਐਤਵਾਰ ਨੂੰ ਸਾਡਾ ਆਰਾਧਨਾ ਕਰਨ ਜਾਣਾ ਹੈ। ਆਂਦੇ ਸਾਨੂੰ ਕੰਮ ਨਹੀਂ ਮਿਲ ਰਿਹਾ। ਕਹਿੰਦੇ ਵੇਖੋ ਐਤਵਾਰ ਨੂੰ ਤੁਹਾਨੂੰ ਕੰਮ ਮਿਲੇਗਾ, ਅੱਗੋਂ ਪਿੱਛੇ ਤੁਹਾਨੂੰ ਕੰਮ ਨਹੀਂ ਮਿਲੇਗਾ। ਐਤਵਾਰ ਨੂੰ ਤੁਹਾਨੂੰ ਕੰਮ ਮਿਲੇਗਾ, ਉਹ ਤੁਹਾਨੂੰ ਹੋ ਸਕਦਾ ਕਹਿਣਗੇ ਕਿ ਵੱਧ ਦਿਹਾੜੀ ਦੇਵਾਂਗੇ। ਤੁਸੀਂ ਕੀ ਕਰਨਾ? ਐਤਵਾਰ ਦੇ ਕੰਮ ਨੂੰ ਸਾਡੇ ਦੇਣਾ ਹੈ। ਜੇ ਤੁਹਾਨੂੰ ਪੂਰਾ ਹਫ਼ਤਾ ਕੰਮ ਨਹੀਂ ਮਿਲਿਆ ਤੇ ਐਤਵਾਰ ਦੇ ਕੰਮ ਨੂੰ ਵੀ ਛੱਡ ਦੇਣਾ ਹੈ। ਇੱਕ ਦਿਨ ਪ੍ਰਭੂ ਦੇ ਘਰ ਦੇ ਵਿੱਚ ਜਾਣਾ ਹੈ। ਜੇ ਤੁਸੀਂ ਪ੍ਰਭੂ ਦੇ ਵਚਨ ਨੂੰ ਮੰਨ ਲਓਗੇ ਤੇ ਪ੍ਰਭੂ ਤੁਹਾਡੇ ਜੀਵਨ ਵਿੱਚ ਕੰਮ ਨੂੰ ਕਰੇਗਾ। ਪਰ ਐਤਵਾਰ ਬੱਚਿਆਂ ਨੂੰ ਕੰਮ ਆ ਗਿਆ, ਭਾਈ ਆਪਣੇ ਕੰਮ ਤੇ ਚਲਾ ਗਿਆ, ਉਹਨੇ ਵਚਨ ਨੂੰ ਮੰਨਿਆ ਨਹੀਂ।
ਉਹਨੇ ਬੱਚੇ ਨੂੰ ਮੰਨਿਆ ਨਹੀਂ ਹੈ। ਜੇ 6 ਦਿਨ ਨਹੀਂ ਕੰਮ ਕੀਤਾ, ਇੱਕ ਦਿਨ ਨਹੀਂ ਵੀ ਕਰਾਂਗੇ ਫਿਰ ਕੀ ਹੋਏਗਾ ਜੇ ਉਧਰ ਵੀ ਨਾ ਮਿਲਦਾ ਤੇ ਕਹਿੰਦੇ ਤੇ 500 ਰੁਪਏ ਦਿਹਾੜੀ ਮਿਲੇ ਮੇਰੇ ਕੋਈ ਯਾਦ ਨਹੀਂ ਤੂੰ ਇੱਕ ਦਿਨ ਪਰਮੇਸ਼ਰ ਦੇ ਘਰ ਵਿੱਚ ਆਈ, ਇੱਕ ਦਿਨ ਪਰਮੇਸ਼ਰ ਦੇ ਹੁਕਮ ਨੂੰ ਮੰਨਦਾ, ਉਹਦੇ ਬੱਚੇ ਨੂੰ ਪੂਰਾ ਕਰਦਾ ਤੇ ਪ੍ਰਭੂ ਤੈਨੂੰ ਕੀ ਕਰੇਗਾ? ਬਰਕਤ ਦੇਵੇਗਾ। ਅੱਜ ਤੱਕ ਵੀ ਉਹਦਾ ਅਸਲੀ ਅਜੇ ਤੱਕ ਵੀ ਸਾਡਾ ਹਾਲਾਤ ਜਿਹੜੇ ਇਸ ਤਰੀਕੇ ਦੇ ਨਾਲ ਹੀ ਚੱਲ ਰਹੇ। ਅੱਜ ਵੀ ਸਾਡੇ ਘਰ ਦਾ ਹਾਲਾਤ ਇਦਾਂ ਹੀ ਹੈ। ਮੈਂ ਘਰੋਂ ਬਾਹਰ ਨਹੀਂ ਨਿਕਲ ਸਕਦੀ ਕਿ ਮੈਨੂੰ ਇਹ ਪਤਾ ਨਹੀਂ ਮੇਰਾ ਬੱਚੇ ਕੀ ਕਰ ਦੇਣਗੇ ਘਰ ਵਿੱਚ, ਕੀ ਕੁਝ ਹੋ ਜਾਵੇਗਾ। ਕੋਈ ਸੁੱਖ ਨਹੀਂ ਹੈਗਾ ਹੀ ਨਹੀਂ ਹੈ। ਜਵਾਨ ਬੱਚੇ ਨੇ, ਕੋਈ ਵੀ ਕੰਮ ਕਰਦਾ ਨਹੀਂ ਹੈ, ਲੇਕਿਨ ਜੇ ਪਤੀ ਕੰਮ ਕਰਦੇ ਨੇ ਉਹਨਾਂ ਨੂੰ ਪੈਸੇ ਪੂਰੇ ਮਿਲਦੇ ਨਹੀਂ। ਕਰੀ ਕਿਤੇ ਝਟੇ ਕਮਾ ਦੇਣ, ਜੇ ਕੰਮ ਕਰਦੇ ਨੇ ਉਹਨਾਂ ਨੂੰ ਪੈਸੇ ਮਿਲਦੇ ਨਹੀਂ। ਸਾਨੂੰ ਦਿਹਾੜੀ ਜਿਹੜੇ ਬੰਦੇ ਅਸੀਂ ਆਪ ਲਾਉਂਦੇ ਆ, ਸਾਨੂੰ ਦਿਹਾੜੀ ਵੀ ਆਪਣੇ ਕੋਲੋਂ ਦੇਣੀ ਪੈਂਦੀ ਹੈ। ਲੇਕਿਨ ਅਸੀਂ ਖੁਦਾ ਦੇ ਬੱਚੇ ਨੂੰ ਪੂਰਾ ਕਰਨਾ ਹੈ। ਜੇ ਅਸੀਂ ਉਹਦੇ ਬੱਚਿਆਂ ਨੂੰ ਰੀਝ ਨਾਲ ਮੰਨਦੇ ਹਾਂ ਤੇ ਪ੍ਰਭੂ ਸਾਨੂੰ ਬਰਕਤ ਦਿੰਦਾ ਹੈ। ਫਿਰ ਪ੍ਰਭੂ ਸਾਡੇ ਜੀਵਨ ਦੇ ਵਿੱਚ ਆਪਣੇ ਕੰਮ ਨੂੰ ਕਰਦਾ ਹੈ। ਪ੍ਰਭੂ ਆਪਣੇ ਲੋਕਾਂ ਦੇ ਜੀਵਨਾਂ ਦੇ ਵਿੱਚ ਇਹ ਕੰਮਾਂ ਨੂੰ ਕਰਦਾ ਹੈ, ਆਪਣੇ ਲੋਕਾਂ ਨੂੰ ਬਰਕਤ ਦਿੰਦਾ ਹੈ। ਇਹ ਨਹੀਂ ਕੋ ਇਦਾਂ ਹੀ ਰਹਿਣ ਦਿੰਦਾ ਹੈ। ਨਿੰਦਵਾ ਦੇ ਵਿੱਚ ਜੇ ਖੁਦਾ ਨੇ ਪਰਮੇਸ਼ਰ ਨੇ ਡਿਊਟੀ ਲਾਈ ਸੀ ਉਹਦੀ ਤੇ ਫਿਰ ਲੈ ਕੇ ਗਿਆ ਉੱਥੇ, ਭਾਵੇਂ ਕਿਸ ਤਰੀਕੇ ਨਾਲ ਲੈ ਕੇ ਗਿਆ, ਉਹਨਾਂ ਨੂੰ ਕਿੰਨੀ ਮੁਸ਼ਕਲ ਦੇ ਨਾਲ ਲੈ ਕੇ ਗਿਆ। ਉਹਨੇ ਜਗ੍ਹਾ ਤੇ ਪ੍ਰਸਾਰ ਸੁਣਾਇਆ ਤੇ 1,20,000 ਤੋਂ ਵਧੇਕ ਲੋਕ ਤੇ ਬਹੁਤ ਸਾਰੇ ਡੰਗਰ, ਬਹੁਤ ਸਾਰਾ ਉਸ ਤਰ੍ਹਾਂ ਜਿਹੜਾ ਕਿੰਨਾ ਸਭ ਕੋਈ ਦਾ ਨਾਸ ਹੋ ਜਾਣਾ ਸੀਗਾ ਤੇ ਪਰਮੇਸ਼ਵਰ ਨੇ ਉਹਨਾਂ ਉੱਤੇ ਕੀ ਕੀਤਾ? ਤਰਸ ਕਰਤਾ ਹੈ। ਅੱਜ ਸਾਨੂੰ ਪਰਮੇਸ਼ਵਰ ਦੇ ਬਚਨ ਨੂੰ ਜਿਹੜਾ ਰੀਝ ਨਾਲ ਮੰਨਣ ਦੀ ਜ਼ਰੂਰਤ ਹੈ। ਕੋਈ ਦੱਸਾਂਗਾ ਜਿਨ੍ਹਾਂ ਨੇ ਬੱਚੇ ਰੀਝ ਨਾਲ ਨਹੀਂ ਮੰਨਿਆ ਤੇ ਉਹਨਾਂ ਦੇ ਜੀਵਨਾਂ ਵਿੱਚ ਕਿਵੇਂ ਦੁੱਖ ਆਇਆ। ਸਮਾਂ ਬਹੁਤ ਹੋ ਗਿਆ, ਇਸ ਕਰਕੇ ਆਈਏ ਆਪਣੇ ਅੱਖਰ ਬੰਦ ਕਰੀਏ, ਸਿਰਾਂ ਨੂੰ ਪਰਮੇਸ਼ਵਰ ਦੇ ਸਾਹਮਣੇ ਝੁਕਾਈਏ ਤੇ ਪ੍ਰਾਰਥਨਾ ਕਰੀਏ ਪ੍ਰਭੂ ਦੇ ਸਾਹਮਣੇ ਕਿ ਪ੍ਰਭੂ ਸਾਨੂੰ ਆਪਣੇ ਬੱਚਿਆਂ ਨੂੰ ਰੀਝ ਨਾਲ ਮੰਨਣ ਵਾਸਤੇ ਤੁਸੀਂ ਸਾਡੀ ਮਦਦ ਕਰੋ। ਪ੍ਰਭੂ ਜੀ ਅਸੀਂ ਤੁਹਾਡੇ ਬੱਚਿਆਂ ਨੂੰ ਰੀਝ ਨਾਲ ਮੰਨਣ ਵਾਲੇ ਬਣ ਜਾਈਏ। ਤੁਹਾਡੇ ਬੱਚਿਆਂ ਨੂੰ ਪ੍ਰਭੂ ਜੀ ਰੀਝ ਨਾਲ ਮੰਨਣ ਵਾਲੇ ਬਣ ਜਾਈਏ। ਉੱਪਰੋਂ ਨਹੀਂ ਹੈ, ਸੁਣ ਕੇ ਅਨਸੁਣਿਆ ਕਰਨ ਵਾਲੇ ਨਹੀਂ ਹੈ। ਇੱਕ ਕੰਨ ਥਾਂ ਨਹੀਂ ਸੁਣਿਆ ਤੇ ਦੂਜੇ ਕੰਨ ਥਾਂ ਨਹੀਂ ਬਾਹਰ ਕੱਢ ਦਿੱਤਾ ਹੈ। ਏਦਾਂ ਦਾ ਨਹੀਂ ਸਾਡੇ ਜੀਵਨ ਵਿੱਚ ਹੋਣਾ ਚਾਹੀਦਾ। ਸਾਡੇ ਜੀਵਨ ਦੇ ਵਿੱਚ ਜਿਹੜਾ ਹੈ ਪਰਮੇਸ਼ਰ ਦਾ ਵਚਨ ਜਿਹੜਾ ਹੈ ਉਹ ਪੂਰਾ ਹੋਣਾ ਚਾਹੀਦਾ ਹੈ। ਅੱਜ ਸਾਨੂੰ ਵਚਨ ਇਹੀ ਗੱਲ ਕਹਿ ਰਿਹਾ ਹੈ। ਅੱਜ ਪਰਮੇਸ਼ਰ ਪਿੰਡ ਦਾ ਕੋਈ ਕਿਹਨੂੰ ਬਚਾਉਣਾ ਚਾਹੁੰਦਾ ਹੈ। ਅੱਜ ਪ੍ਰਭੂ ਇਸ ਪਿੰਡ ਨੂੰ ਬਚਾਉਣਾ ਚਾਹੁੰਦਾ ਹੈ। ਪ੍ਰਭੂ ਇਸ ਪਿੰਡ ਤੇ ਕਿਰਪਾ ਕਰਨੀ ਚਾਹੁੰਦਾ ਹੈ। ਪ੍ਰਭੂ ਨਹੀਂ ਚਾਹੁੰਦਾ ਹੈ ਕਿ ਇਹ ਪਿੰਡ ਨਾਲ ਸੋ ਜਾਵੇ। ਪ੍ਰਭੂ ਇਸ ਪਿੰਡ ਨੂੰ ਬਚਾਉਣਾ ਚਾਹੁੰਦਾ ਹੈ। ਸਾਨੂੰ ਲੋੜ ਹੈ ਪਰਮੇਸ਼ਰ ਦੇ ਬੱਚਿਆਂ ਨੂੰ ਵੰਡਣ ਦੀ, ਪਰਮੇਸ਼ਰ ਦੇ ਸਾਹਮਣੇ ਪ੍ਰਾਰਥਨਾ ਕਰਨ ਦੀ। ਅੱਜ ਅਸੀਂ ਨਾਸ ਨਾ ਹੋਈਏ, ਸਗੋਂ ਦੂਜਿਆਂ ਨੂੰ ਬਚਾਉਣ ਵਾਲੇ ਬਣ ਜਾਈਏ, ਸਗੋਂ ਦੂਜਿਆਂ ਨੂੰ ਬਚਾਉਣ ਵਾਲੇ ਬਣ ਜਾਈਏ। ਪ੍ਰਭੂ ਦੇ ਸਾਹਮਣੇ ਆਪਣੀਆਂ ਗਲਤੀਆਂ ਦਾ ਇਕਰਾਰ ਕਰ ਲਈਏ ਤੇ ਪ੍ਰਭੂ ਦੀ ਆਵਾਜ਼ ਨੂੰ ਰੀਝ ਨਾਲ ਮੰਨ ਲਈਏ। ਜਦੋਂ ਅਸੀਂ ਉਹਦੀ ਆਵਾਜ਼ ਨੂੰ ਰੀਝ ਨਾਲ ਮੰਨ ਲਵਾਂਗੇ ਤੇ ਪ੍ਰਭੂ ਸਾਡੇ ਜੀਵਨ ਦੇ ਵਿੱਚ ਆਪਣੇ ਕੰਮਾਂ ਨੂੰ ਕਰੇਗਾ। ਜੇ ਅਸੀਂ ਰੀਝ ਨਾਲ ਆਵਾਜ਼ ਨੂੰ ਨਹੀਂ ਮੰਨਾਂਗੇ ਤੇ ਪ੍ਰਭੂ ਸਾਡੇ ਜੀਵਨ ਦੇ ਵਿੱਚ ਫਿਰ ਮੁਸ਼ਕਲਾਂ ਵੀ ਲੈ ਕੇ ਫਿਰ ਸਾਡੇ ਜੀਵਨ ਵਿੱਚ ਮੁਸ਼ਕਲਾਂ ਆ ਜਾਂਦੀਆਂ ਨੇ, ਫਿਰ ਤੂਫਾਨ ਆਉਂਦਾ ਹੈ। ਪਰ ਪ੍ਰਭੂ ਕਹਿੰਦਾ ਤੁਹਾਡੇ ਜੀਵਨਾਂ ਵਿੱਚ ਤੂਫਾਨ ਨਾ ਆਵੇ। ਪ੍ਰਭੂ ਤੁਹਾਨੂੰ ਬਰਕਤ ਦੇਣ ਵਾਸਤੇ ਜਾ ਰਿਹਾ ਹੈ। ਅਸੀਂ ਸਭ ਆਪਣੇ ਅੱਖਰ ਬੰਦ ਕਰੀ ਸਭ ਪ੍ਰਾਰਥਨਾ ਕਰੀਏ ਕਿ ਪ੍ਰਭੂ ਸਾਨੂੰ ਪੂਰੀ ਤਰ੍ਹਾਂ ਤੁਹਾਡੇ ਬੱਚਿਆਂ ਨੂੰ ਮੰਨਣ ਵਾਸਤੇ ਸਾਡੀ ਮਦਦ ਰੀਝ ਦੇ ਨਾਲ ਮੰਨਣ ਵਾਸਤੇ ਪਵਿੱਤਰ ਆਤਮਾ ਤੁਸੀਂ ਸਾਡੀ ਅਗਵਾਈ ਕਰੋ। ਪ੍ਰਭੂ ਜੀ ਤੁਹਾਡੇ ਨਾਮ ਦੀ ਤਾਰੀਫ। ਧੰਨਵਾਦ ਸਰਵ ਸ਼ਕਤੀਮਾਨ ਪਰਮੇਸ਼ਰ ਪਿਤਾ ਮੇਰੇ ਪਵਿੱਤਰ ਆਤਮਾ ਤੁਹਾਡਾ ਧੰਨਵਾਦ ਕਰਦੇ। ਦਿਆਲੂ ਪਿਤਾ ਹੋ ਤੁਸੀਂ, ਸਾਮਰਥੀ ਪਿਤਾ ਹੋ, ਆਪਣੇ ਲੋਕਾਂ ਨਾਲ ਪਿਆਰ ਕਰਦੇ, ਨਾ ਤੁਸੀਂ ਛੱਡਦੇ ਨਾ ਤੁਸੀਂ ਤਿਆਗਦੇ। ਔਰ ਸਦਾ ਹੀ ਮੇਰੇ ਪਵਿੱਤਰ ਆਤਮਾ ਜੀ ਇਹ ਰੀਝ ਸੰਭਾਲ ਕੇ ਰੱਖ ਰਹੇ ਹੋ। ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਪ੍ਰਭੂ ਜੀ ਹਜ ਦਾ ਜੋ ਵਚਨ ਮੇਰੇ ਪਵਿੱਤਰ ਆਤਮਾ ਜੀ ਇਹ ਜਗ੍ਹਾ ਤੇ ਵੰਡਿਆ ਗਿਆ ਹੈ, ਸਾਡੇ ਲੋਕਾਂ ਦੇ ਜੀਵਨਾਂ ਦੇ ਵਿੱਚ ਕਾਰਿਆ ਕਰੇ ਔਰ ਵੀ ਵਧੇ ਫੁੱਲੇ ਤੇ ਫਲਦਾਰ ਬਣਨੇ ਪਾਏ। ਹਰ ਇੱਕ ਤਾਨੇ ਬੰਧਨ ਮੇਰੇ ਯੋਵਾ ਪਰਮੇਸ਼ਰ ਪ੍ਰਭੂ ਜੀ ਤੁਹਾਡੇ ਨਾਮ ਦੇ ਦੁਆਰਾ ਟੁੱਟਣੇ ਪਾਏ। ਹਰ ਇੱਕ ਵਿੱਚ ਸ਼ਕਤੀ ਦੂਰ ਹੋਣੇ ਪਾਏ। ਪ੍ਰਭੂ ਜੀ ਪ੍ਰਾਰਥਨਾ ਕਰਦਾ, ਬੇਨਤੀ ਕਰਦਾ ਪ੍ਰਭੂ ਜੀ ਇਹਨਾਂ 21 ਦਿਨਾਂ ਦੇ 15 ਰੋਜ਼ਿਆਂ ਤੱਕ ਮੇਰੇ ਪਵਿੱਤਰ ਚੱਪ ਲੋਕਾਂ ਨੂੰ ਸੰਭਾਲਿਆ, ਆਉਣ ਦੇ ਲਈ ਇੰਤਜ਼ਾਮ ਕੀਤਾ, ਜਾਣ ਦੇ ਲਈ ਇੰਤਜ਼ਾਮ ਕੀਤਾ, ਸਭ ਤਰ੍ਹਾਂ ਦਾ ਪਵਿੱਤਰ ਚੀਜ਼ਾਂ ਦਾ ਲੋਕਾਂ ਦੇ ਇੰਤਜ਼ਾਮ ਕੀਤਾ, ਹਰ ਇੱਕ ਮੁਸ਼ਕਿਲਾਂ ਪਰੇਸ਼ਾਨੀ ਤੋਂ ਬਚਾਇਆ, ਸਮੇਂ ਟਾਈਮ ਦਾ ਇੰਤਜ਼ਾਮ ਕੀਤਾ। ਮੇਰੇ ਪਵਿੱਤਰ ਆਤਮਾ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤਾਂ ਪ੍ਰਭੂ ਜੀ ਕੱਲ ਵੀ ਤੁਸੀਂ ਪ੍ਰਭੂ ਜੀ ਆਪਣੇ ਲੋਕਾਂ ਨੂੰ ਰੋਜ਼ੇ ਦੇ ਵਿੱਚ ਲੈ ਕੇ ਆਉਣਾ, ਸ਼ਾਮਲ ਕਰਨਾ। ਸਾਡੇ ਚੂਰੀ ਪ੍ਰਭੂ ਜੀ ਤੁਹਾਡੇ ਲੋਕਾਂ ਦੇ ਸਾਥ ਤੇ ਅੰਗ ਸੰਗ ਬਣਿਆ ਰਹੇ। ਜਿਹੜੇ ਤੱਕ ਇੱਕ ਵੀ ਰੋਜ਼ੇ ਵਿੱਚ ਸ਼ਾਮਲ ਨਹੀਂ ਹੋਏ ਉਹਨਾਂ ਨੂੰ ਵੀ ਸ਼ਾਮਲ ਹੋਣ ਵਾਸਤੇ ਤੁਸੀਂ ਮਦਦ ਕਰਨਾ। ਤੁਹਾਡੇ ਚੂਰੀ ਮੇਰੇ ਪਵਿੱਤਰ ਆਤਮਾ ਜੀ ਉਹਨਾਂ ਦੇ ਜੀਵਨ ਵਿੱਚ ਬਣੀ ਰਹੇ।
ਅੱਜ ਦਾ ਜੋ ਵਚਨ ਮੇਰੇ ਪਵਿੱਤਰ ਆਤਮਾ ਜੀ ਸੁਣਿਆ ਸਾਹਮਣੇ ਸਾਡੇ ਸਭਨਾਂ ਦੇ ਜੀਵਨਾਂ ਦੇ ਵਿੱਚ ਇਹ ਕਾਰਜ ਕਰੀ। ਅੱਜ ਰਾਤ ਇਸ ਵਚਨਾਂ ਦੇ ਨਾਲ ਸਾਡੇ ਨਾਲ ਗੱਲਾਂ ਕਰਨੀਆਂ, ਮਿੱਠੀ ਨੀਂਦ ਦੇਣਾ, स्वर्गीय दर्शन देना, पवित्र आत्मा द्वारा संभाल के रखना। सुबह समय से उठ के प्रभु जी फिर तो अपने घर दे विच अपनी जूरी वास्ते लैके आओ। प्रार्थना करदा है मीटिंग में अपने हत्थों में लैके चलाया ताड़ी पाक जूरी ताड़े लोकां दे साथ बने आई। प्रभु जी ताड़े लोकां ने अपने घरां नूं जाना, तुसीं अपने लोकां दी मदद करना ते सहायता करना। साडी भी मेरी पे तुसीं मदद करना, तुसीं अपने लोकां दे रस्ते दे रोशनी, पैरां दे दीपक ते हर एक तबाहियों तो बचाउंदे हो। ताड़े स्वर्ग दूत ताड़े लोकां दे ताड़े नाल नाल हो के चलना। जब लोग रस्ते रोशनी ताने दीप सब बचाउंदे। सुबह समय से प्रभु जी फिर अपनी पाक के विच इकट्ठे होना ते मदद करना। ताड़ी पाक जुड़ी ताड़े लोकां सोलवा रोजा ताड़े लोकां दे जीवनां विच एक वड्डी बरकत ते आशीष दा कारण बनने पाए। अज मैं लोकां दी रोजी नूं कबूल कीता, प्रार्थना नूं कबूल कीता, बंदरां नूं तोड़ दिता, मेरी दी सारी ताकत दूर कीता। प्रभु जी मैं तुहाडा धन्नवाद करदा। बाकी सबे नूं तुहाडे गराली हत्थां में सौंप दिंदा है। बेनती प्रभु यीशु मसीह दे नाम मंगदा आमीन। हुण साडे कदामों यीशु मसीह दा फजल बाप बेटे की मुहब्बत रूपा करी संगत सराकत ते परिवार ना आयो पाइए पाना नाल संतां ते सेवकां दे नाल हुण तो लेके हमेशा हमेशा तुहाडी हुंदी रहेगी। आमीन। हालेलुया 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 हालेलुया। सब नूं जय मसीह दी खुदा